जी। बहुत ही ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਆਪਾਂ ਲੜੀਵਾਰ ਕਰਦੇ ਆ ਰਹੇ ਹਾਂ। ਮਾਲਕ ਦੀ ਬਖਸ਼ਿਸ਼ ਹੈ, ਮਾਲਕ ਅੱਗੇ ਆਪਣੀ ਵਿਚਾਰ ਹੋਰ ਸਰਵਨ ਕਰਾਉਣ। ਬਾਣੀ ਜੀ ਦੀ ਵਿਚਾਰ ਕਰਦਿਆਂ ਮਾਲਕ ਆਪ ਅੰਗ ਸੰਗ ਹੋ ਕੇ ਸਹਾਈ ਹੋਣ, ਆਪ ਸਰਵਨ ਕਰਾਉਣ। ਸੋ ਆਓ ਮਾਲਕ ਦੇ ਚਰਨਾਂ ਵਿੱਚ, ਘਟ ਬੈਠੇ ਮਾਲਕ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਸਾਡੇ ਜੀਵਨ ਵਿੱਚ ਜੋ ਮਹਾਰਾਜ ਸਾਨੂੰ ਵਚਨ ਉਚਾਰਨ ਕਰ ਰਹੇ ਹਨ, ਇਹਨਾਂ ਨੂੰ ਵਾਚਣ ਦੀ, ਵਿਚਾਰ ਕਰਨ ਦੀ, ਬੁੱਝਣ ਦੀ ਸਮਰੱਥਾ ਬਖਸ਼। ਕੱਲ ਆਪਾਂ ਇੱਥੇ ਤੱਕ ਵਿਚਾਰ ਕਰਕੇ ਆਏ ਸੀ ਕਿ ਜੋਗੀ ਜਿਸ ਵੇਲੇ ਰੱਬ ਦੇ ਨਾਲ ਧਿਆਨ ਧਰਦੇ ਨੇ, ਜਿਹਨੂੰ ਲੋਕ ਮੈਡੀਟੇਸ਼ਨ ਕਹਿੰਦੇ ਨੇ, ਇਹਨਾਂ ਨੂੰ ਧਿਆਨ ਧਰਨ ਵਾਸਤੇ ਆਪਾਂ ਨੇ ਵਿਚਾਰ ਕੀਤੀ ਸੀ ਕਿ ਇਹ ਤਿੰਨੋਂ ਸੁਖਮਨਾ, ਈੜਾ ਤੇ ਪਿੰਗਲਾ, ਇਹਨਾਂ ਦੇ ਵਿਚਾਰ ਵਿੱਚ ਆਪਣੇ ਆਪ ਨੂੰ ਰੱਖਦੇ ਹਨ। ਇਹਨਾਂ ਦੇ ਮਨ ਵਿੱਚ ਇਹ ਹੈ ਕਿ ਜਿਸ ਵੇਲੇ ਆਪਾਂ ਸੁਖਮਨ ਨਾਰੀ ਤੱਕ ਪਹੁੰਚਾਂਗੇ ਸਵਾਸਾਂ ਦਾ ਧਿਆਨ ਰੱਖ ਕੇ, ਤੇ ਉਸ ਵੇਲੇ ਆਪਾਂ ਉੱਥੇ ਰੱਬ ਦੇ ਘਰ 'ਚ ਪ੍ਰਵੇਸ਼ ਕਰਾਂਗੇ। ਤੇ ਗੁਰਮਤਿ ਦਾ ਇਹ ਵਿਚਾਰ ਹੈ, ਨਾਨਕ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਦੇ ਰਹੇ ਹਨ, ਉਹ ਇਸ ਵਿਚਾਰ ਵਿੱਚ ਉਪਦੇਸ਼ ਦੇ ਰਹੇ ਹਨ ਕਿਉਂਕਿ ਰੱਬ ਨੂੰ ਆਪਾਂ ਨੇ ਹਮੇਸ਼ਾ ਜਪਣਾ, ਸਵਾਸ ਸਵਾਸ ਜਪਣਾ, ਰੱਬ ਆਪਣੇ ਵਿੱਚ ਹੀ ਹੁੰਦੇ ਨੇ, ਇਹ ਵਿਸ਼ਵਾਸ ਰੱਖ ਕੇ ਬੋਲਣਾ। ਇੱਕ ਤਾਂ ਰੱਬ ਸਾਡੇ ਨਾਲ ਹਮੇਸ਼ਾ ਰਹਿੰਦੇ ਨੇ, ਇਹ ਵਿਸ਼ਵਾਸ ਰਹਿਣਾ। ਫਿਰ ਘਟ ਬੈਠੇ ਰੱਬ ਸਾਡੇ ਵਿੱਚੋਂ ਬੋਲਦੇ ਨੇ, ਇਹ ਵਿਸ਼ਵਾਸ ਆਉਣਾ। ਤੇ ਸਾਡੇ ਵਿੱਚੋਂ ਰੱਬ ਆਪ ਸਾਨੂੰ ਆਪ ਕਰਾਉਂਦੇ ਹਨ ਜੋ ਜੀਵਨ ਦੀ ਕਿਰਿਆ ਹੈ, ਹਰੇਕ ਕਿਰਿਆ। ਧਿਆਨ ਰੱਬ ਦੇ ਕਰਾਇਆ ਹੀ ਆਪਾਂ ਤੋਂ ਹੁੰਦੀ ਹੈ। ਆਪਣੀ ਜਿਹੜੀ ਜੀਵਨ ਦੀ ਖੇਡ ਹੈ ਉਹ ਰੱਬ ਦੀ ਉਸਤਤ ਵਿੱਚ ਰਹਿਣੀ ਚਾਹੀਦੀ ਕਿ ਸਰੀਰ ਦੇ ਰਾਹੀਂ ਜਿਹੜੀ ਕਿਰਿਆ ਰੋਜ਼ ਕਰਨ ਵਾਲੀ ਹੈ, ਰੋਜ਼ ਜਿਹੜੀ ਹੋਣ ਵਾਲੀ ਹੈ, ਉਹ ਕਿਰਿਆ ਬਹੁਤ ਪਿਆਰ ਨਾਲ ਕੀਤੀ ਜਾਂਦੀ ਹੈ ਜੀਵਨ ਵਿੱਚ, ਪਰ ਇਸ ਧਿਆਨ ਨਾਲ ਕੀਤੀ ਜਾਂਦੀ ਹੈ ਕਿ ਮਾਲਕ ਕਰਾ ਰਹੇ। ਇਹਦੇ ਨਾਲ ਜੀਵਨ ਦੀ ਥਕਾਵਟ ਉਤਰਦੀ ਹੈ, ਜੀਵਨ ਕਾਲ ਵਸ ਵਿੱਚ ਨਹੀਂ ਪੈਂਦਾ। ਮਹਾਰਾਜ ਕਹਿੰਦੇ ਇਹ ਸਾਰਿਆਂ ਨਾਲੋਂ ਉੱਚੀ ਅਵਸਥਾ ਹੈ, ਨਾਨਕ ਤਿਹੁ ਤੇ ਉੱਪਰ ਸਾਚਾ। ਇਹ ਤਿੰਨਾਂ ਗੁਣਾਂ ਦੇ ਉੱਤੇ ਆ ਤਿੰਨੋਂ ਜਿਹੜੀ ਅਵਸਥਾਵਾਂ ਦੱਸ ਰਹੇ ਨੇ ਯੋਗੀਆਂ ਦੀ, ਇਹਨਾਂ ਤੋਂ ਉੱਪਰ ਕਹਿੰਦੇ ਸਾਚਾ ਮਾਲਕ ਆਪ ਹੈ। ਤੇ ਆਪਾਂ ਜਿਸ ਵੇਲੇ ਗੁਰਬਾਣੀ ਅਨੁਸਾਰ ਸਾਚਾ ਸ਼ਬਦ ਵਰਤ ਰਹੇ ਹਾਂ, ਉਹ ਉਸ ਸੱਚ ਨੂੰ ਜ਼ਿਕਰ ਕਰ ਰਹੇ ਹਾਂ ਜੋ ਆਪਣੇ ਵਿੱਚ ਵਸਦਾ ਹੈ, ਤੇ ਉਹ ਆਪ ਆਪਾਂ ਨੂੰ ਉਹ ਸੱਚ ਹੈ ਕਰਕੇ ਬੁਝਾਉਂਦਾ ਹੈ। ਫਿਰ ਉਹ ਆਪ ਸੱਚਾ ਸਾਡੇ ਵਿੱਚੋਂ ਬੋਲਦਾ ਤੇ ਕਰਾਉਂਦਾ ਹੈ। ਕਰਨ ਤੇ ਕਾਰਨ ਦੋਨੋਂ ਸਮਰੱਥ ਹਨ। ਸੋ ਕੋਈ ਵੀ ਆਪਾਂ ਜਿਸ ਵੇਲੇ ਕੰਮ ਕਰਦੇ ਹਾਂ ਤੇ ਕੰਨਾਂ ਲਾ ਕੇ ਜੀਵਨ ਦਾ ਜ਼ਿਕਰ ਕਰਨਾ ਕਿ ਮਾਲਕ ਆਪ ਤੁਸੀਂ ਜਨਾਇਆ ਤਾਂ ਮੈਂ ਜਾਣੇ, ਤੁਸੀਂ ਪਾਠ ਕਰਾਇਆ ਤਾਂ ਮੈਥੋਂ ਹੋਇਆ, ਆਪ ਜੀ ਗੁਰਦੁਆਰੇ ਲੈ ਕੇ ਆਏ ਤਾਂ ਮੈਂ ਗੁਰਦੁਆਰਾ ਸਾਹਿਬ ਆਇਆ, ਸੰਸਾਰ ਵਿੱਚ ਆਪ ਜੀ ਨੇ ਭੇਜਿਆ ਤਾਂ ਮੈਨੂੰ ਜਨਮ ਮਿਲਿਆ। ਹਰੇਕ ਕਿਰਿਆ ਨੂੰ ਕੰਨਾਂ ਲਾ ਕੇ ਸਿੱਖ ਨੇ ਇਹ ਗੱਲ ਬਹੁਤ ਧਿਆਨ ਨਾਲ ਬੋਲਦੇ ਰਹਿਣਾ, ਹਰੇਕ ਕਿਰਿਆ, ਤਾਂ ਜਾ ਕੇ ਜੀਵਨ ਵਿੱਚ ਸਾਡਾ ਉਧਾਰ ਹੋਣਾ। ਇਹ ਸ਼ਬਦਾਂ ਦਾ ਆਪਾਂ ਖੁੱਲ ਕੇ ਅੱਜ ਵਿਚਾਰ ਕਰਾਂਗੇ।
ਸੋ ਬਾਣੀ ਹਮੇਸ਼ਾ ਗੁਰੂ ਰਹੀ ਹੈ, ਸ਼ਬਦ ਰਾਹੀਂ ਸਮਝਾਈ ਜਾਂਦੀ ਹੈ, ਤੇ ਇਹਨੂੰ ਸੱਤ ਕਰਕੇ ਮੰਨਿਆ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਹੋਣਾ ਹੈ ਭਾਈ। ਮਹਾਰਾਜ ਫਰਮਾਨ ਕਰਦੇ ਹਨ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਕਿਸੇ ਨੇ ਵੀ ਸੱਤ ਕਰਕੇ ਜਦੋਂ ਤੱਕ ਨਹੀਂ ਮੰਨਿਆ, ਨਾਨਕ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਦੋਂ ਤੱਕ ਆਪਾਂ ਇਹ ਮੰਨੇਗਾ ਨਹੀਂ ਕਿ ਹਮੇਸ਼ਾ ਬਾਣੀ ਸਾਡੇ ਵਿੱਚੋਂ ਆਪ ਸਮਝਾਉਂਦੀ ਹੈ ਤੇ ਆਪਾਂ ਨੇ ਉਸ ਨੂੰ ਸੱਤ ਕਰਕੇ ਮੰਨਣਾ, ਤਾਂ ਜਾ ਕੇ ਸਾਡਾ ਭਗਤੀ ਦਾ ਚਾਲ, ਭਗਤੀ ਦੀ ਕਿਰਿਆ ਸ਼ੁਰੂ ਹੋਣੀ ਹੈ ਘੱਟ ਬੈਠੇ ਮਾਲਕ ਦੀ। ਸੋ ਮਹਾਰਾਜ ਕਹਿੰਦੇ ਭਾਈ, ਸਤਿਗੁਰ ਸ਼ਬਦ ਸਮਾਏ, ਜੋ ਸਾਨੂੰ ਗੁਰੂ ਗੁਰ ਦਿੰਦੇ ਨੇ ਹਮੇਸ਼ਾ ਵਾਸਤੇ, ਉਹਨਾਂ ਵਿੱਚ ਆਪਣਾ ਜੋ ਆਮ ਬੋਲੀ ਦੇ ਸ਼ਬਦ ਆਪਾਂ ਬੋਲਦੇ ਹਾਂ, ਉਹ ਘੱਟ ਬੈਠੇ ਰੱਬ ਨੂੰ ਉਸ ਤਰ੍ਹਾਂ ਹੀ ਜੋ ਗੁਰ ਦਿੱਤਾ ਕਿ ਮਾਲਕ ਅੰਦਰ ਵਸਦੇ ਨੇ, ਉਹ ਕਰਾਉਂਦੇ ਨੇ। ਇਹ ਸਾਰੇ ਬਾਣੀ ਰਾਹੀਂ ਸਾਨੂੰ ਗੁਰ ਮਿਲਣਾ ਹੈ, ਗੁਰ ਮਿਲਦਾ ਹੈ। ਇਸ ਗੁਰ ਦੇ ਮਗਰ ਆਪਣੀ ਸੁਰਤ ਨੂੰ ਰੱਖਦੇ ਆ, ਉਸ ਸ਼ਬਦ ਨੂੰ ਆਪਣੇ ਜੋ ਆਮ ਬੋਲਦੇ ਆ, ਇਸ ਸ਼ਬਦ ਨੂੰ ਆਪਾਂ ਨੇ ਘੜਨਾ ਹੈ। ਐਸੇ ਸ਼ਬਦ ਨੂੰ ਘੜਿਆ ਹੀ ਜੀਵਨ ਦੀ ਅਵਸਥਾ ਘੱਟ ਬੈਠੇ ਮਾਲਕ ਦੀ ਬੰਦਗੀ ਵਿੱਚ ਲੱਗਦੀ ਹੈ। ਆਹ ਬੰਦਗੀ ਦੀ ਕਿਰਿਆ ਆਪਾਂ ਭੁੱਲ ਹੀ ਗਏ, ਭੁਲਾ ਹੀ ਦਿੱਤਾ ਸਾਨੂੰ। ਸੋ ਆਓ ਅੱਗੇ ਇੱਕ ਪ੍ਰਸ਼ਨ ਹੈ ਯੋਗੀਆਂ ਦਾ, ਵਿਚਾਰ ਕਰੀਏ। ਕਹਿੰਦੇ ਮਨ ਕਾ ਜੀਓ ਪਵਨ ਕਥੀਲੇ, ਪਵਨ ਕਹਾਂ ਰਸ ਖਾਈ, ਗਿਆਨ ਕੀ ਮੁਦਰਾ ਕਵਨ ਔਦੂ, ਸਿੱਧ ਕੀ ਕਵਨ ਕਮਾਈ। ਹੁਣ ਦੇਖੋ ਦੋ ਪ੍ਰਸ਼ਨ ਹਨ। ਕਹਿੰਦੇ ਮਨ ਕਾ ਜਿਹੜਾ ਜੀਓ ਹੈ, ਜਿਹੜਾ ਆਪਾਂ ਜਿਉਂਦੇ ਆ ਮਨ ਕਰਕੇ, ਧਿਆਨ ਰੱਖਣਾ। ਕਹਿੰਦੇ ਮਨ ਕਰਕੇ ਜਿਹੜਾ ਆਪਣਾ ਜਿਉਣਾ ਹੈ, ਮਹਾਰਾਜ ਕਹਿੰਦੇ ਭਾਈ ਪਵਨ ਕਥੀ ਵਾਲੇ, ਇਹ ਪਵਨ ਨੂੰ ਦੱਸਿਆ ਗਿਆ ਕਿ ਪਵਨ ਨਾਲ ਹੀ ਆਪਣਾ ਮਨ ਸਵਾਸ ਲੈਂਦਾ ਹੈ ਤਾਂ ਜਿਉਂਦਾ ਹੈ। ਜਿਸ ਵੇਲੇ ਸਵਾਸ ਛੁੱਟ ਜਾਂਦੇ ਨੇ ਤੇ ਮਨ ਫਿਰ ਸਰੀਰ ਨੂੰ ਛੱਡ ਜਾਂਦਾ। ਧਿਆਨ ਰੱਖਣਾ। ਮਹਾਰਾਜ ਨੂੰ ਫਿਰ ਪੁੱਛਿਆ ਇਹਨਾਂ ਨੇ, ਸਿੱਧਾਂ ਨੇ, ਕਿ ਮਹਾਰਾਜ ਜੇ ਮਨ ਦਾ ਪਵਨ ਹੀ ਸਹਾਰਾ ਹੈ, ਜੀਵਨ ਹੈ, ਤੇ ਪਵਨ ਕਹਾਂ ਰਸ ਖਾਈ, ਇਹ ਕਿੱਥੋਂ ਰਸ ਖਾਂਦੀ ਹੈ? ਪਵਨ ਨੂੰ ਰਸ ਕਿੱਥੋਂ ਮਿਲਦਾ ਹੈ? ਫਿਰ ਮਹਾਰਾਜ ਇਹਨਾਂ ਦਾ ਉੱਤਰ ਦੇਣਗੇ ਅੱਗੇ। ਫਿਰ ਦੂਜਾ ਪ੍ਰਸ਼ਨ ਸੀ, ਗਿਆਨ ਕੀ ਮੁਦਰਾ ਕਵਨ ਔਦੂ, ਸਿੱਧ ਕੀ ਕਵਨ ਕਮਾਈ। ਗਿਆਨ ਦੀ ਮੁਦਰਾ ਕਿਹੜੀ ਹੈ? ਕਿਵੇਂ ਪਤਾ ਲੱਗੇਗਾ ਗਿਆਨ ਦੇ ਘਰ ਵਿੱਚ ਸਾਡੀ ਸੁਰਤ ਟਿਕੀ ਹੈ? ਇਹ ਸਾਨੂੰ ਸਮਝਾਉਣਾ ਕਰੋ ਔਦੂ ਜੀ। ਔਦੂ ਕਹਿੰਦੇ ਨੇ ਗਿਆਨਵਾਨ। ਨਾਨਕ ਸੱਚੇ ਪਾਤਸ਼ਾਹ ਨੂੰ ਸੰਬੋਧਨ ਕਰ ਰਹੇ ਨੇ ਸਿੱਧ। ਕਹਿੰਦੇ ਸਿੱਧ ਕੀ ਕਵਨ ਕਮਾਈ, ਜਿਹੜਾ ਸਿੱਧ ਹੈ, ਜਿਹੜਾ ਪਰਫੈਕਸ਼ਨ ਦੇ ਨਾਲ, ਪਰਫੈਕਸ਼ਨਿਸਟ ਹੋ ਕੇ ਬਿਨਾਂ ਪਖੰਡ ਨੂੰ ਕੀਤਿਆਂ ਘੱਟ ਬੈਠੇ ਰੱਬ ਦੇ ਨਾਲ ਮਿਲਦਾ ਹੈ, ਉਹ ਕਮਾਈ ਕਹਿੰਦੇ ਸਿੱਧ ਦੀ ਕੈਸੀ ਹੋਣੀ ਚਾਹੀਦੀ, ਕਿਵੇਂ ਹੁੰਦੀ ਹੈ? ਇਹ ਸਾਨੂੰ ਸਮਝਾਉਣਾ ਕਰੋ ਮਹਾਰਾਜ ਜੀ। ਹੁਣ ਨਾਨਕ ਸੱਚੇ ਪਾਤਸ਼ਾਹ ਉੱਤਰ ਦੇ ਰਹੇ। ਕਹਿੰਦੇ ਮਹਾਰਾਜ ਦੇ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ। ਬਿਨ ਸ਼ਬਦ ਰਸ ਨਾ ਆਵੈ ਔਦੂ, ਕਹਿੰਦੇ ਜਿਹੜਾ ਜੀਵਨ ਦਾ ਰਸ ਹੈ, ਧਿਆਨ ਰੱਖਣਾ। ਕਹਿੰਦੇ ਭਾਈ ਇਹ ਉਦੋਂ ਤੱਕ ਨਹੀਂ ਪ੍ਰਾਪਤ ਹੁੰਦਾ ਜੋ ਜਿਉਣ ਦਾ ਸਹਾਰਾ ਹੈ, ਜਿਹਨੂੰ ਅਸੀਂ ਕਹਿੰਦੇ ਸਵਾਸਾਂ ਨਾਲ ਅਸੀਂ ਜਿਉਣੇ ਆ। ਮਹਾਰਾਜ ਕਹਿੰਦੇ ਸ਼ਬਦ ਦੇ ਰਸ ਉਦੋਂ ਤੱਕ, ਜਦੋਂ ਤੱਕ ਨਾ ਆਉਣ ਲੱਗ ਜਾਏ, ਉਦੋਂ ਤੱਕ ਮਹਾਰਾਜ ਕਹਿੰਦੇ ਜਿਉਣਾ ਜੀਵਨ ਦਾ ਸੰਭਵ ਨਹੀਂ ਹੈ। ਧਿਆਨ ਰੱਖਣਾ, ਖਿਆਲ ਕਰਿਓ। ਜੇ ਬੰਦਾ ਸਹੀ ਤਰੀਕੇ ਨਾਲ ਸ਼ਬਦ ਦਾ ਉਚਾਰਨ ਨਾ ਕਰ ਪਾਏ, ਸ਼ਬਦ ਨੂੰ ਸਹੀ ਤਰੀਕੇ ਨਾਲ ਬੋਲ ਨਾ ਪਾਏ, ਯਾਨੀ ਜਦੋਂ ਬੋਲੇ ਤੇ ਗਲਤ ਬੋਲੇ ਸ਼ਬਦਾਂ ਰਾਹੀਂ, ਯਾਨੀ ਭੈੜੀਆਂ ਗੱਲਾਂ ਬੋਲੇ, ਉਹ ਬੰਦਾ ਜੀਵਨ ਦੇ ਵਿੱਚ ਕਹਿੰਦੇ ਭਾਈ ਸਵਾਸਾਂ ਨਾਲ, ਉਦੋਂ ਪਹਿਲਾਂ ਸ਼ਬਦਾਂ ਨਾਲ ਹੀ ਮਰ ਜਾਂਦਾ ਹੈ। ਧਿਆਨ, ਸ਼ਬਦ ਦਾ ਜਿਹੜਾ ਰਸ ਹੈ, ਕਹਿੰਦੇ ਭਾਈ ਜਿੱਥੋਂ ਲੈਂਦਾ, ਕਹਿੰਦੇ ਭਾਈ ਇਹ ਸਵਾਸ
ਜਿਉਂਦਾ ਕਹਿੰਦੇ ਨੇ ਜਿਹੜਾ ਮਨ ਦਾ, ਕਹਿੰਦੇ ਭਾਈ ਸ਼ਬਦਾਂ ਦੇ ਉੱਤੇ ਟਿਕਿਆ, ਸ਼ਬਦ ਦੇ ਰਸ ਲੈਣ ਤੇ ਟਿਕਿਆ। ਬਿਨ ਸ਼ਬਦੇ ਰਸ ਨਾ ਆਵੇ ਉਦੂ, ਕਹਿੰਦੇ ਬਿਨਾਂ ਸ਼ਬਦਾਂ ਦੇ, ਜੋ ਆਪਾਂ ਸ਼ਬਦ ਹੁਣ ਇੱਥੇ ਦਲਾਂਕਣ ਲੱਗੇ ਹੋਏ ਨੇ, ਜੋ ਵੀ ਸ਼ਬਦ ਆਪਾਂ ਬੋਲ ਰਹੇ ਹਾਂ ਧਿਆਨ ਰੱਖਣਾ। ਕਹਿੰਦੇ ਭਾਈ ਉਦੋਂ ਬਿਨਾਂ ਜੀਵਨ ਦਾ ਰਸ ਨਹੀਂ ਆਏ। ਹਉਮੈ ਪਿਆਸ ਨਾ ਜਾਈ, ਹਉਮੈ ਨਾਲ ਜੀਵਨ ਦੀ ਪਿਆਸ ਨਹੀਂ ਮਿਟਦੀ। ਧਿਆਨ ਰੱਖ, ਅਸੀਂ ਜਦੋਂ ਸ਼ਬਦਾਂ ਦੇ ਵਿੱਚ ਘੱਟ ਬੈਠੇ ਰੱਬ ਤੋਂ ਟੁੱਟ ਕੇ ਬੋਲਦੇ ਹਾਂ, ਘੱਟ ਬੈਠੇ ਰੱਬ ਨੂੰ ਤਾਂ ਸੰਬੋਧਨ ਕਰਕੇ ਨਹੀਂ ਬੋਲਦੇ, ਤੇ ਉਹਦਾ ਅਰਥ ਹੈ ਕਿ ਸਾਡਾ ਮਨ ਰੱਬ ਤੋਂ ਹਉਮੈ ਦੇ ਵਿੱਚ, ਅਹੰਕਾਰ ਦੇ ਵਿੱਚ ਆਪਣੇ ਆਪ ਨੂੰ ਜਨਾ ਰਿਹਾ, ਆਪਣੇ ਆਪ ਨੂੰ ਜਨਾ ਰਿਹਾ। ਇਹਦੇ ਨਾਲ ਜੀਵਨ ਦੀ ਪਿਆਸ ਨਹੀਂ ਆਉਂਦੀ, ਇਹਦੇ ਨਾਲ ਜਿਉਣ ਦਾ ਮਨ ਨੂੰ ਸਹਾਰਾ ਨਹੀਂ ਮਿਲਦਾ। ਧਿਆਨ ਰੱਖਣਾ, ਕਹਿੰਦੇ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਜਿਹੜੇ ਸ਼ਬਦ ਨਾਲ ਰੱਤੇ ਹੋਏ ਨੇ, ਯਾਨੀ ਸ਼ਬਦ ਨੂੰ ਸਿਹਾਰੀ ਪਾਈ ਹੋਈ ਹੈ ਮਹਾਰਾਜ ਨੇ। ਇਹਦਾ ਅਰਥ ਹੈ ਜਿਹੜਾ ਸ਼ਬਦ ਆਪਣੇ ਅੰਦਰ ਜੁੜ ਰਿਹਾ ਹੈ, ਘੱਟ ਬੈਠੇ ਰੱਬ ਨੂੰ ਸੰਬੋਧਨ ਕਰਕੇ ਬੋਲ ਰਿਹਾ ਹੈ, ਕਹਿੰਦੇ ਇਹਦੇ ਨਾਲ ਅੰਮ੍ਰਿਤ ਰਸ ਪਾਇਆ। ਕਹਿੰਦੇ ਭਾਈ ਅੰਮ੍ਰਿਤ ਮੌਤ ਤੋਂ ਪਰੇ ਲੈ ਕੇ ਜਾਣ ਦੀ ਅਵਸਥਾ, ਧਿਆਨ ਰੱਖਣਾ, ਅਮਰ ਹੋਣ ਦੀ ਅਵਸਥਾ। ਕਹਿੰਦੇ ਆ ਜਿਹੜਾ ਅੰਮ੍ਰਿਤ ਹੈ, ਕਹਿੰਦੇ ਇਹ ਰਸ ਪ੍ਰਾਪਤ ਹੁੰਦਾ ਹੈ। ਸਾਚੇ ਰਹੇ ਅਗਾਈ, ਕਹਿੰਦੇ ਸਾਚੇ ਦੇ ਨਾਲ ਜੁੜਦਿਆਂ ਰੋਜ਼ ਉਹਦਾ ਜ਼ਿਕਰ ਕਰਦਿਆਂ, ਕਹਿੰਦੇ ਮਨ, ਕਹਿੰਦੇ ਭਾਈ ਅਗਾਈ ਦਾ ਅਰਥ ਹੈ ਤ੍ਰਿਪਤ ਹੁੰਦਾ ਹੈ, ਰੱਜ ਆਉਂਦੀ ਹੈ, ਨਹੀਂ ਤਾਂ ਕਹਿੰਦੇ ਭਾਈ ਰੱਜ ਨਹੀਂ ਆਉਂਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਦਾ ਰਸ ਕੀ ਹੈ? ਸੱਚ ਨਾਲ ਜੁੜਨਾ, ਤੇ ਉਸ ਭਾਵ ਨਾਲ ਜੁੜਨਾ ਕਿ ਰੱਬ ਆਪ ਜੁੜਾ ਰਿਹਾ ਤਾਂ ਆਪਾਂ ਜੁੜ ਰਹੇ ਹਾਂ, ਇਹ ਸੱਚ ਹੈ। ਐਸੇ ਸੱਚ ਨਾਲ ਜਦੋਂ ਤੱਕ ਸ਼ਬਦ ਨਹੀਂ ਜੁੜੇਗਾ, ਕਹਿੰਦੇ ਉਦੋਂ ਤੱਕ ਜੀਵਨ ਦਾ ਰਸ ਸ਼ਬਦ ਤੋਂ ਨਹੀਂ ਮਿਲਦਾ, ਨਹੀਂ ਮਿਲਦਾ। ਇਹ ਦੇਖਣ ਵਿੱਚ ਆਇਆ ਹੈ ਕਿ ਆਮ ਬੰਦਾ ਜਦੋਂ ਵੀ ਰੱਬ ਦਾ ਜ਼ਿਕਰ ਕਰਦਾ ਹੈ ਤੇ ਉਹ ਜਾਂ ਤਾਂ ਰੱਬ ਨੂੰ ਬਾਹਰ ਸਮਝਦਾ ਹੈ, ਜਾਂ ਫਿਰ ਉਹ ਰੱਬ ਦਾ ਖਿਆਲ ਹੀ ਨਹੀਂ ਕਰਦਾ। ਧਿਆਨ ਰੱਖ, ਜਦੋਂ ਵੀ ਕੋਈ ਬੰਦਾ ਜ਼ਿਕਰ ਕਰਦਾ ਹੈ, ਉਹ ਰੱਬ ਦੀ ਕੋਈ ਮੂਰਤੀ ਬਣਾ ਕੇ ਜ਼ਿਕਰ ਕਰੇਗਾ, ਉਹਦਾ ਮੂਰਤੀ ਦਾ ਕੋਈ ਧੇ ਹੁੰਦਾ ਕਿ ਐਸੇ ਮੇਰਾ ਰੱਬ ਐਸਾ ਹੈ। ਹਰੇਕ ਜਾਤੀ ਨੇ ਆਪਣੇ ਆਪਣੇ ਰੱਬ ਬਣਾਏ ਹੋਏ ਨੇ, ਰੱਬ ਦੀ ਉਹਨਾਂ ਨੇ ਮੂਰਤੀ ਦਾ ਧਿਆਨ ਰੱਖਣ ਵਾਸਤੇ, ਕਹਿੰਦੇ ਭਾਈ ਆਪਣੇ ਜੀਵਨ ਦੇ ਰਸਤੇ ਬਣਾਏ ਹੋਏ, ਹਰੇਕ ਬੰਦੇ। ਸੋ ਮਹਾਰਾਜ ਕਹਿੰਦੇ ਜਿਹੜਾ ਰੱਬ ਤੁਹਾਡੇ ਅੰਦਰ ਵਸਦਾ ਹੋਵੇ, ਆਪਣੇ ਹੀ ਅੰਦਰ ਵਸਦਾ ਹੋਵੇ, ਤੇ ਉਸ ਰੱਬ ਦੀ ਕਿਵੇਂ ਮੂਰਤੀ ਹੋ ਸਕਦੀ? ਨਹੀਂ ਹੋ ਸਕਦੀ। ਸੋ ਕਹਿਣ ਦਾ ਭਾਵ ਕਿ ਉਹ ਰੱਬ ਜਿਹੜੇ ਆਪਣੇ ਵਿੱਚ ਵਸਦੇ ਨੇ, ਉਸ ਨਾਲ ਜੁੜਨਾ ਆਪਾਂ ਨੇ, ਸ਼ਬਦ ਰਾਹੀਂ ਜੁੜਨਾ ਹੈ। ਤਾਂ ਇਹ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਦੇ ਵਿੱਚ। ਇਹ ਗਿਆਨ ਜਦੋਂ ਤੱਕ ਨਹੀਂ ਟਿਕੇਗਾ, ਇਸ ਗੱਲ ਨੂੰ ਵਿਚਾਰਿਓ ਕਿ ਸਾਡੇ ਅੰਦਰ ਇੱਕ ਮਾਲਕ ਹੈ। ਧਿਆਨ ਰੱਖਿਓ, ਪਹਿਲਾਂ ਕੁਝ ਸ਼ਬਦ ਨੇ, ਇਹਨਾਂ ਦਾ ਧਿਆਨ ਰੱਖੀਏ ਆਪਾਂ। ਕਹਿੰਦੇ ਜਿਹੜੇ ਮਾਲਕ ਨੇ, ਇਹਨੇ ਅੰਦਰਲੇ ਜਿਹੜਾ ਮਾਲਕ ਹੈ, ਇਹਨੇ ਹੀ ਮਾਇਆ ਬਣਾਈ। ਸਾਰੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਮਾਲਕ ਤੋਂ ਹੋਈ ਹੈ। ਸੋ ਅਸੀਂ ਕਹਿੰਦੇ ਇੱਕ ਪਾਸੇ ਮਾਲਕ ਨੂੰ ਅਸੀਂ ਰੱਬ ਵੀ ਕਹਿੰਦੇ ਹਾਂ, ਤੇ ਇਸ ਮਾਇਆ ਨੂੰ ਅਸੀਂ ਜੱਗ ਵੀ ਕਹਿੰਦੇ ਹਾਂ। ਧਿਆਨ ਰੱਖਿਓ, ਸਾਰਾ ਜੱਗ ਮਾਇਆ ਦਾ ਸਰੂਪ ਹੈ। ਇਹ ਮਾਲਕ ਹੀ ਜੋ ਹੈ ਆਪਣੇ ਸਾਰੀ ਸ੍ਰਿਸ਼ਟੀ ਦੇ, ਇਹਨਾਂ ਨੂੰ ਅਸੀਂ ਰੱਬ ਕਹਿੰਦੇ। ਧਿਆਨ ਰੱਖੋ। ਸੋ ਖਿਆਲ ਕਹਿਣਾ ਕਿ ਘੱਟ ਬੈਠੇ ਮਾਲਕ ਦਾ ਜ਼ਿਕਰ ਕਰਨਾ ਪੈਂਦਾ, ਕਿ ਇਹ ਹਮੇਸ਼ਾ ਰਹਿੰਦੇ ਨੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਤੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਇਹ ਆਪਣੇ ਵਿੱਚ ਹੀ ਰੱਬ ਵਸਦੇ, ਆਪਣੇ ਵਿੱਚ ਹੀ। ਤੇ ਆ ਜਿਤਨਾ ਮਾਇਆ ਹੈ, ਇਹਨੂੰ ਸਰੀਰ ਤੇ ਕਾਇਆ ਕਹਿੰਦੇ ਨੇ। ਧਿਆਨ ਰੱਖੋ, ਸਰੀਰ ਤੇ ਕਾਇਆ, ਇਹ ਸਾਰੀ ਮਾਇਆ, ਇਹ ਸਰੀਰ, ਮਹਾਰਾਜ ਕਹਿੰਦੇ ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ, ਆਵਨ ਜਾਣਾ ਜੰਮਨ ਮਰਨਾ, ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਏ। ਸੋ ਕਹਿੰਦੇ ਸੱਤ ਕਰਕੇ ਜਿਹੜਾ ਇਸ ਗੁਰ ਨੂੰ ਸੇਵੇ, ਯਾਨੀ ਕਿਰਿਆ ਕਰਦਿਆਂ ਹੋਇਆਂ ਰੱਬ ਦਾ ਧਿਆਨ ਰੱਖੇ, ਰੱਬ ਨੂੰ ਅਰਾਧੇ, ਧਿਆਨ ਰੱਖ, ਉਹਨੂੰ ਕਹਿੰਦੇ ਸੇਵਨਾ। ਜੀਵਨ ਦੇ ਵਿੱਚ ਅਸੀਂ ਕੰਮ ਕਰਦਿਆਂ ਹੋਇਆਂ ਰੱਬ ਨੂੰ ਧਿਆਉਣ ਦੀ ਕਿਰਿਆ ਹੀ ਭੁੱਲ ਗਏ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ,
ਇਹ ਗੱਲ ਯਾਦ ਰੱਖਣਾ ਜੀ। ਰੱਬ ਨੂੰ ਯਾਦ ਕਰਨ ਵਾਸਤੇ ਕਿਤੇ ਜੰਗਲਾਂ 'ਚ ਬੈਠਣ ਦੀ ਲੋੜ ਨਹੀਂ, ਸਮਾਧੀਆਂ ਲਗਾ ਕੇ ਬੈਠਣ ਦੀ ਲੋੜ ਨਹੀਂ। ਇਹ ਗਿਆਨ ਪ੍ਰਾਪਤ ਕਰਕੇ ਕਿਰਿਆ ਕਰਦਿਆਂ ਹੋਇਆਂ ਰੱਬ ਨੂੰ ਯਾਦ ਰੱਖਣਾ। ਸਤਿਗੁਰ ਕੀ ਐਸੀ ਵਡਿਆਈ ਉੱਤਰ ਕਲਤਰ ਵਿੱਚੈ ਗਤ ਪਾਈ। ਐਸਾ ਮੇਰਾ ਸਤਿਗੁਰ ਹੈ, ਐਸਾ ਮੇਰੇ ਗੁਰੂ ਦਾ ਗੁਰ ਹੈ, ਜਿਹਨੂੰ ਸਤ ਕਰਕੇ ਮੰਨਿਆ, ਕਹਿੰਦੇ ਜੀਵਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਭਾਈ ਇਹ ਮਾਇਆ ਦੀ ਕਿਰਿਆ ਦੱਸਦੇ ਨੇ। ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਇਹ ਮਾਇਆ ਹੈ, ਹਉਮੈ ਵਿੱਚ ਰੱਬ ਨੂੰ ਭੁਲਾ ਕੇ ਕੰਮ ਕਰਨਾ, ਮਾਇਆ ਵਿੱਚ ਖਚਤ ਹੋਣਾ, ਹੋਰ ਮਾਇਆ ਵਿੱਚ ਫਸਣਾ। ਬਿਨ ਸ਼ਬਦ ਹੈ ਭਰਮ ਨਾ ਚੂਕਈ, ਨਾ ਵਿੱਚੋਂ ਹਉਮੈ ਜਾਏ। ਕਹਿੰਦੇ ਜਦੋਂ ਤੱਕ ਆਪਣੇ ਸ਼ਬਦ ਨੂੰ ਘੜਾਂਗੇ ਨਹੀਂ, ਆਪਣੇ ਸ਼ਬਦ ਨੂੰ ਰੱਬ ਦੇ ਸ਼ਬਦ ਨਾਲ ਨਹੀਂ ਮਿਲਾਵਾਂਗੇ, ਇਸ ਨੂੰ ਮਿਲਾਉਣ ਵਾਸਤੇ ਹੀ ਰੱਬ ਦੀ ਬਾਣੀ ਸ਼ਬਦਾਂ ਦੁਆਰਾ ਪ੍ਰਗਟ ਹੋਈ ਹੈ। ਧਿਆਨ ਰੱਖਣਾ। ਮਹਾਰਾਜ ਕਹਿੰਦੇ ਹਨ ਬਾਣੀ ਦੇ ਵਿੱਚ, ਕਹਿੰਦੇ ਭਾਈ ਚਾਰੋਂ ਯੁਗਾਂ ਦੇ ਵਿੱਚ ਰੱਬ ਦੀ ਬਾਣੀ ਸ਼ਬਦਾਂ ਰਾਹੀਂ ਪ੍ਰਗਟ ਹੁੰਦੀ ਹੈ, ਸ਼ਬਦਾਂ ਰਾਹੀਂ। ਸੋ ਸੱਚੇ ਪਾਤਸ਼ਾਹ ਜੀ ਦੇ ਇਸ ਖੇਲ ਨੂੰ ਸਮਝਣਾ। ਕਹਿੰਦੇ ਇਹੋ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹਿ ਲਪਟਾਵੋ। ਮਾਇਆ ਨਾਮ ਗਰਭ ਜੋਨ ਕਾ, ਜਨਮ ਲੈਣਾ ਫਿਰ ਪੈਦਾ ਹੋਣਾ ਹੈ, ਮਾਇਆ ਹੈ। ਤੇ ਤਜ ਦਰਸ਼ਨ ਪਾਓ। ਕਹਿੰਦੇ ਭਾਈ ਜਿਸ ਵੇਲੇ ਇਹ ਆਵਾਗਮਨ ਖਤਮ ਹੋਏਗਾ, ਆਵਾਗਮਨ ਮਿਟਣ ਦੀ ਸਾਡੇ ਮਨ ਵਿੱਚ ਕਿਰਿਆ ਵਸੇਗੀ, ਮਹਾਰਾਜ ਕਹਿੰਦੇ ਤਾਂ ਜੀਵਨ ਵਿੱਚ ਘਟ ਬੈਠੇ ਰੱਬ ਦੇ ਦਰਸ਼ਨ ਪੈਣਗੇ, ਹੋਣਗੇ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਏ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਵੇਂ ਲਿਵ ਟੁੱਟਦੀ ਹੈ, ਮਾਇਆ ਅਮਰ ਹੋ ਕੇ ਵਰਤਦੀ ਹੈ। ਧਿਆਨ ਰੱਖਣਾ। ਬੰਦਾ ਹੰਕਾਰੀ ਹੋਣ ਲੱਗ ਜਾਂਦਾ, ਰੱਬ ਨੂੰ ਭੁਲਾ ਕੇ ਬੋਲਣ ਲੱਗ ਜਾਂਦਾ। ਕਹਿੰਦੇ ਇਹ ਮਾਇਆ ਜੇ ਥਰ ਵਿਸਰੈ, ਕਹਿੰਦੇ ਇਸ ਮਾਇਆ ਰਾਹੀਂ, ਕਹਿੰਦੇ ਜਿਹੜਾ ਰੱਬ ਹਰੇਕ ਵਿੱਚ ਵਸਦਾ, ਜਿਸ ਵੇਲੇ ਉਹ ਵਿਸਰ ਜੇ, ਕਹਿੰਦੇ ਭਾਈ ਫਿਰ ਮੋਹ ਉਪਜੈ, ਭਉ ਦੂਜਾ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿੰਨੇ ਵਿੱਚੇ ਮਾਇਆ ਪਾਏ। ਕਹਿੰਦੇ ਜਿਨ੍ਹਾਂ ਦੀ ਮਾਲਕ ਗੁਰੂ ਦੇ ਦੱਸੇ ਹੋਏ ਗੁਰ ਰਾਹੀਂ, ਇਹ ਕਾਂਸਟੈਂਟ ਸ਼ਬਦ ਨੇ। ਕਾਂਸਟੈਂਟ ਦਾ ਅਰਥ ਹੈ ਜਿਵੇਂ ਰੱਬ ਕਾਂਸਟੈਂਟ ਹੈ ਹਨਾ, ਆਪਾਂ ਚਲਾਇਮਾਨ। ਆਪਣਾ ਜੇ ਆਧਾਰ ਹੋਊਗਾ ਤੇ ਇਸ ਕਾਂਸਟੈਂਟ ਨਾਲ ਜੁੜਿਆ ਹੀ ਹੋਣਾ। ਜਿਹੜਾ ਰੱਬ ਹਮੇਸ਼ਾ ਰਹਿੰਦਾ, ਉਹਦੇ ਨਾਲ ਰਿਹਾ ਹੀ ਆਪਾਂ ਨਾ ਆਪਣਾ ਜੀਵਨ ਦਾ ਉਧਾਰ ਹੋਣਾ ਹੈ। ਘਟ ਬੈਠੇ ਰੱਬ ਦੀ ਹਮੇਸ਼ਾ ਰਹਿਣ ਵਾਲੀ ਬਾਣੀ ਨਾਲ ਜੁੜਿਆ ਹੀ ਆਪਣੀ ਬਾਣੀ ਘੜੀ ਜਾਣੀ ਹੈ। ਆਪਣੀ ਬਾਣੀ ਜੀਵਨ ਜਿਸ ਵੇਲੇ ਬੋਲਦੇ ਆ ਨਾ ਸ਼ਬਦਾਂ ਰਾਹੀਂ, ਜੋ ਵੀ ਆਪਾਂ ਬਾਣੀ ਦੇ ਆਪਣੇ ਖਿਆਲ ਬੋਲਦੇ ਆ, ਕਹਿੰਦੇ ਉਹ ਤਾਂ ਘੜੇ ਜਾਣੇ। ਸੋ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਮਾਲਕ ਹੈ ਨਾ, ਇਹਨੇ ਹੀ ਮਾਇਆ ਬਣਾਈ ਹੈ, ਜਿਹਨੂੰ ਆਪਾਂ ਪਿਰ ਵੀ ਕਹਾਂਗੇ, ਇਹ ਖਸਮ ਵੀ ਕਹਾਂਗੇ। ਇਹ ਕਾਂਸਟੈਂਟ ਹੈ। ਕਾਂਸਟੈਂਟ ਦਾ ਅਰਥ ਹੈ ਕਿ ਇਹਨਾਂ ਸ਼ਬਦਾਂ ਦਾ ਧਿਆਨ ਰੱਖਣਾ ਕਿ ਇਹ ਸ਼ਬਦ ਆਦਿ ਕਾਲ ਤੋਂ ਚਲੇ ਆ ਰਹੇ। ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਇਹਨਾਂ ਸ਼ਬਦਾਂ ਦੇ ਅਰਥ ਜਾਣ ਕੇ ਜੀਵਨ ਨੇ ਚੱਲਣਾ ਹੈ, ਜੀਵਨ ਦਾ ਉਧਾਰ ਹੋਣਾ ਹੈ। ਜਿਹੜਾ ਮਾਲਕ ਆਪਣੇ ਵਿੱਚ ਵਸਦਾ ਹੈ, ਉਹਨੂੰ ਪਿਰ ਵੀ ਕਹਿੰਦੇ ਨੇ, ਉਹਨੂੰ ਖਸਮ ਵੀ ਕਹਿੰਦੇ ਨੇ। ਤੇ ਆ ਜਿਹੜਾ ਸਰੀਰ ਹੈ, ਇਹ ਕਾਇਆ ਦੇ ਵਿੱਚ ਵਸਣ ਵਾਲਾ ਮਾਲਕ, ਇਹ ਪਿਰ ਹੈ ਸਭ ਦਾ, ਇਹ ਖਸਮ ਹੈ। ਮਹਾਰਾਜ ਕਹਿੰਦੇ ਜਾਂ ਪਿਰ ਅੰਦਰ ਤਾਂ ਧਨ ਬਾਹਰ, ਤਾਂ ਧਨ ਬਾਹਰ। ਕਹਿੰਦੇ ਜਾਂ ਪਿਰ ਬਾਹਰ ਤਾਂ ਧਨ ਮਾਹਰ, ਹੈ ਤਾਂ ਜੀਵ ਰੂਪੀ ਇਸਤਰੀ ਮਾਹਰ ਹੁੰਦੀ ਹੈ, ਜਦੋਂ ਪਿਰ ਇਹਦੇ ਵਿੱਚੋਂ ਬਾਹਰ ਕਿਰਿਆ ਕਰਦਾ। ਇਹ ਜਦੋਂ ਬਾਹਰ ਕਿਰਿਆ ਕਰਦਾ ਤੇ ਆਪਾਂ ਜੀਵ ਰੂਪੀ ਜਿਹੜੀ ਇਸਤਰੀ ਹੈ, ਆਪਾਂ ਜਦੋਂ ਸ਼ਬਦ ਬੋਲੀਏ ਤੇ ਰੱਬ ਦੇ ਪਿਆਰ ਚ ਬੋਲੀਏ। ਜਦੋਂ ਕੰਮ ਹੋਵੇ ਤੇ ਮਨ ਕਹੇ ਮਾਲਕ ਤੂੰ ਕਰ ਰਿਹਾ, ਤੇਰਾ ਕੀਤਾ ਹੋ ਰਿਹਾ, ਹੈ ਨਾ। ਤੇ ਉਹਦਾ ਅਰਥ ਹੈ ਕਿ ਹੁਣ ਸਿੱਖ ਪਿਰ ਨੂੰ ਜਿਹੜਾ ਅੰਦਰ ਸੀ ਉਹਨੂੰ ਬਾਹਰ ਕਰਦਾ ਦੇਖ ਰਿਹਾ ਆਪਣੇ ਵਿੱਚੋਂ। ਧਿਆਨ ਰੱਖਣਾ। ਸੋ ਹਰ ਕੰਮ ਜਿਹੜਾ ਅੱਛਾ ਹੁੰਦਾ ਹੈ, ਜਿਹੜੇ ਆਪਣੇ ਵਿੱਚੋਂ ਕੰਮ ਅੱਛੇ ਹੁੰਦੇ ਨੇ ਤੇ ਰੋਜ਼ ਹੁੰਦੇ ਨੇ, ਧਿਆਨ ਰੱਖਣਾ, ਉਹ ਰੱਬ ਆਪ ਕਰ ਰਿਹਾ ਹੈ। ਐਸਾ ਜਾਣ ਕੇ ਬੋਲਣਾ
ਇਹ ਘਟ ਬੈਠੇ ਰੱਬ ਦੀ ਉਸਤਤ ਕਰਨੀ ਹੈ। ਐਸੀ ਬੰਦਗੀ ਨੂੰ ਸੇਵਨਾ ਕਹਿੰਦੇ ਨੇ, ਯਾਨੀ ਸੇਵਾ ਕਰਦਿਆਂ ਹੋਇਆਂ ਰੱਬ ਨੂੰ ਧਿਆਉਣਾ, ਧਿਆਨ ਰੱਖਣਾ, ਇਹ ਸੇਵਨਾ ਹੈ। ਸੋ ਜੀਵਨ ਵਿੱਚ ਇਹਨਾਂ ਸ਼ਬਦਾਂ ਦੇ ਅਰਥ ਮਨ ਚ ਟਿਕਾਉਣੇ। ਸੋ ਮਹਾਰਾਜ ਕਹਿੰਦੇ ਹਨ, ਭਾਈ ਸਤਿਗੁਰ ਸੰਗ ਦਿਖਾਇਆ ਜਾ, ਐਸਾ ਜੀਵਨ ਵਿੱਚ ਕਹਿੰਦੇ ਸਤ ਕਰਕੇ ਜਿਸ ਵੇਲੇ ਆਪਾਂ ਅੰਦਰ ਗੁਰ ਜੋ ਜੁਗਤੀ ਦੱਸ ਰਹੇ ਨੇ ਮਹਾਰਾਜ, ਉਹਨੂੰ ਵਸਾਵਾਂਗੇ ਨਾ, ਤਾਂ ਉਹ ਰੱਬ ਜ਼ਾਹਰ ਦਿਖੇਗਾ, ਨਹੀਂ ਤਾਂ ਦਿਖੇਗਾ ਨਹੀਂ। ਸੋ ਮਹਾਰਾਜ ਕਹਿੰਦੇ ਹਨ, ਭਾਈ ਜਨ ਨਾਨਕ ਸੱਚੇ ਸਤ ਸਮਾਰ। ਸੋ ਇਸ ਗੱਲ ਨੂੰ ਆਪਾਂ ਵਿਚਾਰ ਕਰੋ ਕਿ ਮਾਂ ਜਿਹੜਾ ਹੈ ਮਾਇਆ, ਨਿਰਾਕਾਰ ਜੋ ਹੈ ਇਹ ਨੰਨਾ ਹੈ। ਇਹਦੇ ਵਿੱਚ ਨਿਰਾਕਾਰ ਤੇ ਮਾਇਆ ਦੇ ਵਿੱਚ ਸਾਡਾ ਮਨ ਹੈ। ਇਹ ਗੱਲ ਯਾਦ ਰੱਖੋ। ਇਹ ਜਿਹੜਾ ਆਪਾਂ ਮਨ ਕਹਿੰਦੇ ਨਾ, ਮਨ ਇਹ ਮੂਰਖ ਤਾਂ ਹੁੰਦਾ ਜੇ ਇਹ ਗਿਆਨ ਨਾ ਹੋਵੇ। ਇਹ ਮਨ ਜੋਤ ਸਰੂਪ ਤਾਂ ਹੁੰਦਾ ਜਦੋਂ ਇਹ ਮਨ ਨੂੰ ਗਿਆਨ ਹੋ ਜਾਏ। ਇਹ ਗੱਲ ਸਮਝਣਾ ਕਿ ਇੱਕ ਪਾਸੇ ਤਾਂ ਨਿਰਾਕਾਰ ਹੈ, ਦੂਜੇ ਪਾਸੇ ਮਾਇਆ ਹੈ। ਜੇ ਮਾਇਆ ਵੱਲ ਸਾਡਾ ਖਿਆਲ ਜਾ ਰਿਹਾ ਹੈ ਤੇ ਆਪਾਂ ਸਾਡਾ ਮਨ ਕਹਿੰਦੇ ਹਾਲੇ ਮਾਨ ਕਰ ਰਿਹਾ। ਜੇ ਸਾਡਾ ਘਟ ਬੈਠੇ ਰੱਬ ਦੇ ਵੱਲ ਕਿ ਮਾਲਕ ਸਾਡੇ ਵਿੱਚ ਵਸਦੇ ਨੇ, ਉਹ ਉਹਨਾਂ ਦਾ ਯਾਨੀ ਰੂਪ ਰੰਗ ਨਹੀਂ ਦੀਂਦਾ, ਤੇ ਆ ਸਰੀਰ ਜਿਹੜਾ ਹੈ, ਆ ਜਿਹੜਾ ਦਿਖ ਰਿਹਾ ਹੈ, ਇਹ ਮਾਲਕ ਦਾ ਹੀ ਰੂਪ ਰੰਗ ਹੈ, ਹਨਾ, ਤਾਂ ਸਮਝੋ ਸਾਡਾ ਮਨ ਘਟ ਬੈਠੇ ਰੱਬ ਦਾ ਨਾਮ ਜਪ ਰਿਹਾ। ਇਸ ਨਾਮ ਦੀ ਪਰਿਭਾਸ਼ਾ ਨੂੰ ਪਹਿਲਾਂ ਪਰਿਭਾਸ਼ਿਤ ਕਰੋ, ਧਿਆਨ ਰੱਖਣਾ। ਸੋ ਜੀਵਨ ਵਿੱਚ ਜਿਹੜੀ ਵੀ ਕਿਰਿਆ ਜੀਵਨ ਦੇ ਵਿੱਚ ਸਰੀਰ ਦੇ ਰਾਹੀਂ ਇਸ ਜਗਤ ਵਿੱਚ ਵਿਚਰਦੀ ਹੈ, ਵਾਪਰਦੀ ਹੈ, ਉਹ ਘਟ ਬੈਠੇ ਰੱਬ ਨਾਲ ਜੇ ਤਾਂ ਜੁੜ ਕੇ ਵਾਪਰ ਰਹੀ ਹੈ ਤਾਂ ਨਾਮ ਜਪ ਰਿਹਾ, ਨਾਮ ਦੇ ਨਾਲ ਜੁੜੇ ਹੋਏ ਆ। ਧਿਆਨ ਰੱਖਣਾ, ਕੋਈ ਇੱਕ ਸ਼ਬਦ ਦਾ ਬਾਰ-ਬਾਰ ਬੋਲਣਾ ਨਾਮ ਨਹੀਂ ਹੈ, ਯਾਦ ਰੱਖਣਾ। ਹਰ ਸ਼ਬਦ ਨਾਲ ਇੱਕ ਰੱਬ ਨੂੰ ਬੋਲਣਾ, ਇੱਕ ਨੂੰ ਬੋਲਣਾ, ਧਿਆਨ ਰੱਖਣਾ। ਅਸੀਂ ਹਰ ਸ਼ਬਦ ਨਾਲ ਇੱਕ ਰੱਬ ਦਾ ਜ਼ਿਕਰ ਕਰ ਸਕੀਏ, ਐਸਾ ਨਾਮ ਸਾਡਾ ਮਨ ਲੈ ਸਕੇ, ਫਿਰ ਇਹ ਮਨ ਜੋਤ ਸਰੂਪ ਹੁੰਦਾ ਹੈ, ਘਟ ਬੈਠੇ ਰੱਬ ਦੇ ਵਿੱਚ ਜੁੜਦਾ ਹੈ, ਆਪਣੇ ਆਪ ਨੂੰ ਮਿਟਾਉਣ ਦੀ ਇਹਨੂੰ ਕਿਰਿਆ ਪ੍ਰਾਪਤ ਹੁੰਦੀ ਹੈ। ਸੋ ਖਿਆਲ ਕਰਨਾ, ਮਾਲਕ ਮਨ ਰਾਹੀਂ, ਧਿਆਨ ਰੱਖਣਾ, ਇਸ ਮਾਇਆ ਵਿੱਚ ਕਹਿੰਦੇ ਭਾਈ ਵਿਚਰਦਾ ਹੈ, ਮਨ ਰਾਹੀਂ। ਸੋ ਆ ਮਨ ਜੇ ਤਾਂ ਆਪਾਂ ਖਿਆਲ ਕਰਦੇ ਆਪਾਂ ਹੈਗੇ ਆ ਅਗਿਆਨਤਾ ਦੇ ਵਿੱਚ, ਤੇ ਆਪਾਂ ਹਲੇ ਦੁਖੀ ਹੋ ਰਿਹਾ, ਆਪਾਂ ਦੁਬਿਧਾ ਚ ਹੈਗੇ ਆ, ਰੱਬ ਦੇ ਸ਼ਰੀਕ ਬਣਨ ਦੇ ਚੱਕਰ ਚ ਪਏ ਹੋਏ ਆ, ਆਪਣੇ ਆਪ ਨੂੰ ਜਨਾਉਣ ਦੇ ਚੱਕਰ ਚ ਪੈ ਗਏ। ਐਸਾ ਮਨ ਕਹਿੰਦੇ ਭਾਈ ਮਨ ਮੂਰਖ ਹੈ। ਐਸੀ ਅਵਸਥਾ ਜੇ ਮਨ ਜਾਣੇ ਕਿ ਮੇਰਾ ਮਾਲਕ ਪਿਰ ਹੈ, ਇਹ ਖਸਮ ਹੈ, ਇਹ ਸਭ ਦਾ ਇਹ ਪਿਤਾ ਹੈ, ਤੇ ਆਪਾਂ ਸਾਰੇ ਉਹਦੇ ਬੱਚੇ ਹਾਂ, ਇਸ ਮਾਇਆ ਵਿੱਚ ਰਹਿੰਦਿਆਂ ਹੋਇਆਂ, ਕਹਿੰਦੇ ਮਨ ਜੇ ਜਾਣੇ ਤੇ ਮਨ ਨੂੰ ਗਿਆਨ ਹੋ ਰਿਹਾ। ਮਨ ਫਿਰ ਜੀਵ ਰੂਪੀ ਇਸਤਰੀ ਆਪਣੇ ਆਪ ਨੂੰ ਕਹਿੰਦੇ ਆ ਇਸ ਸਰੀਰ ਦੇ ਵਿੱਚ ਕਾਇਆ ਵਿੱਚ ਰਹਿੰਦੀਆਂ ਹਨ, ਨਹੀਂ ਤਾਂ ਇਹ ਮਨ ਭਟਕਦਾ ਹੈ। ਧਿਆਨ ਰੱਖਣਾ, ਇਸ ਕਿਰਿਆ ਨੂੰ ਅਸੀਂ ਜੀਵਨ ਵਿੱਚ ਸਮਝਣ ਵਾਸਤੇ ਗੁਰੂ ਘਰ ਚ ਬੈਠੇ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ। ਇਹ ਮਨ, ਇਹਨੂੰ ਕਹਿੰਦੇ ਭਾਈ ਜੀਵ ਰੂਪੀ ਇਸਤਰੀ ਦਾ ਭਾਵ ਪੈਦਾ ਹੋਵੇ, ਰੱਬ ਨੂੰ ਖਸਮ ਕਹਿ ਸਕੇ, ਪਿਰ ਕਹਿ ਸਕੇ। ਐਸੇ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਉਣਗੇ, ਨਾਨਕ ਸੱਚੇ ਪਾਤਸ਼ਾਹ ਭਗਤ, ਹਨਾ, ਕਿਵੇਂ ਰੱਬ ਨੂੰ ਆਪਣਾ ਖਸਮ ਕਰਕੇ ਕਿਵੇਂ ਉਸ ਰੱਬ ਦੇ ਨਾਲ ਮਿਲਦੇ ਨੇ, ਕਿ ਕਿਹਦੇ ਸਦਕਾ ਮਿਲਦੇ ਨੇ, ਕਹਿੰਦੇ ਬਾਣੀ ਦੇ ਸਦਕਾ, ਸ਼ਬਦ ਦੇ ਸਦਕਾ, ਸ਼ਬਦ ਗੁਰੂ ਦੇ ਸਦਕਾ। ਗੁਰੂ ਹੀ ਇਹਨਾਂ ਨੂੰ ਘਟ ਬੈਠੇ ਰੱਬ ਨਾਲ ਮਿਲਾਉਂਦਾ ਹੈ। ਜੋ ਗੁਰੂ ਸਾਨੂੰ ਗੁਰ ਦਿੰਦਾ ਹੈ, ਸਿੱਖ ਉਸ ਤੇ ਚੱਲਦਾ ਹੈ। ਧਿਆਨ ਰੱਖਣਾ। ਸੋ ਆ ਜਿਹੜੇ ਕੌਨਸਟੈਂਟ ਸ਼ਬਦ ਨੇ, ਇਹਨਾਂ ਦਾ ਧਿਆਨ ਰੱਖਣਾ ਕਿ ਮਨ, ਇਹਨੂੰ ਜੀਵ ਰੂਪੀ ਇਸਤਰੀ ਵੀ ਕਹਿੰਦੇ ਨੇ, ਇਹਨੂੰ ਧਨ ਵੀ ਕਹਿੰਦੇ। ਧਨ ਦਾ ਅਰਥ ਹੈ ਇਹ ਜੀਵ ਰੂਪੀ ਇਸਤਰੀ, ਧਿਆਨ ਰੱਖਣਾ, ਤੇ ਰੱਬ ਖਸਮ ਹੈ, ਰੱਬ ਪਿਰ ਹੈ, ਹਨਾ। ਸੋ ਇਸ ਮਨ ਨੇ ਸਰੀਰ ਵਿੱਚ ਰਹਿੰਦਿਆਂ ਹੈ ਆ ਸ਼ਬਦਾਂ ਨੂੰ ਪਹਿਲਾਂ ਚੱਕਣਾ, ਆ ਸ਼ਬਦਾਂ ਨੂੰ ਜੀਵਨ ਵਿੱਚ ਬੁੱਝਣਾ ਕਿ ਇਹੀ ਭਗਤ ਹੈ। ਕੌਣ ਭਗਤ ਹੈ? ਮਨ। ਜੇ ਮਨ ਨਹੀਂ ਲੱਗ ਰਿਹਾ ਹੈ ਤੇ ਮਨ ਹਾਲੇ ਭਗਤੀ ਨਹੀਂ ਕਰ ਪਾ ਰਿਹਾ। ਜੇ ਮਨ ਘਟ ਬੈਠੇ ਰੱਬ ਨਾਲ ਜੁੜ ਰਿਹਾ ਹੈ, ਘਟ ਬੈਠੇ ਰੱਬ ਨੂੰ ਖਸਮ ਜਾਣਦਾ ਹੈ, ਆਪਣੇ ਆਪ ਨੂੰ ਜੀਵ ਰੂਪੀ ਇਸਤਰੀ ਜਾਣਦਾ ਹੈ, ਤਾਂ ਸਮਝੋ ਅਸੀਂ ਸਿੱਖ ਬਣੇ, ਸਿੱਖਣ ਲੱਗੇ ਹਾਂ, ਹਨਾ। ਇਹ ਰਾਈਟ ਡਾਇਰੈਕਸ਼ਨ ਹੈ ਸਿੱਖਣ ਦਾ, ਨਹੀਂ ਤਾਂ ਬੰਦਾ
जिन्ना मर्जी बाणी पढ़ ले, ਜਦੋਂ ਤੱਕ ਸ਼ਬਦਾਂ ਦੀ ਜਿਹੜੀ ਕਿਰਿਆ ਹੈ ਨਾ, ਸ਼ਬਦਾਂ ਦਾ ਬੇਸ ਹੈ, ਇਸ ਸ਼ਬਦਾਂ ਦਾ ਜੋ ਮੀਨਿੰਗ ਹੈ, ਇਹ ਸਾਡੇ ਅੰਦਰ ਕਲੀਅਰ ਨਹੀਂ ਨਾ ਹੋਏਗਾ, ਤੇ ਉਦੋਂ ਤੱਕ ਅਸੀਂ ਸਹੀ ਰਾਸਤੇ ਤੇ ਨਹੀਂ ਤੁਰਾਂਗੇ, ਸਾਡਾ ਮਨ ਸਹੀ ਰਾਸਤੇ ਤੇ ਨਹੀਂ ਚੱਲੇਗਾ। ਸੋ ਮਨ ਹੀ ਧਨ ਹੈ, ਜੀਵ ਰੂਪੀ ਇਸਤਰੀ ਹੈ, ਇਹ ਮਨ ਨੇ ਹੀ ਭਗਤ ਬਣਨਾ ਹੈ, ਇਹ ਮਨ ਨੇ ਹੀ ਸਿੱਖ ਬਣਨਾ ਹੈ। ਸੋ ਇਹ ਮਨ ਨੂੰ ਸਿੱਖਿਆ ਮਿਲਣੀ ਹੈ, ਮਨ ਨੇ ਸਿੱਖਿਆ ਲੈਣੀ ਹੈ, ਮਨ ਦਾ ਹੀ ਬਦਲਾਹਟ ਹੋਣਾ ਹੈ, ਮਨ ਨੇ ਹੀ ਬਦਲਣਾ ਹੈ। ਸੋ ਮਾਲਕ ਜੀਵਨ ਵਿੱਚ ਜਿਹੜੇ ਆਪਣੇ ਅੰਦਰ ਨੇ ਉਹਨੂੰ ਆਤਮਾ ਵੀ ਕਹਿੰਦੇ ਆ, ਇਹ ਗੱਲ ਧਿਆਨ ਰੱਖਣਾ। ਆ ਸ਼ਬਦਾਂ ਦਾ ਜਿਹੜਾ ਪ੍ਰਯੋਗ ਹੋਣਾ ਨਾ, ਇਹਨਾਂ ਨੂੰ ਆਪਾਂ ਬਹੁਤ ਧਿਆਨ ਨਾਲ ਪਹਿਲੇ ਦਰਸ਼ਨ ਪਾਓ। ਇਹਨੂੰ ਪ੍ਰਭ ਵੀ ਕਹਾਂਗੇ, ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦਾ ਹੈ। ਇਹਨਾਂ ਨੂੰ ਹਰ ਵੀ ਕਹਾਂਗੇ, ਜਿਹੜਾ ਇਸ ਤਰ੍ਹਾਂ ਹਰੇਕ ਵਿੱਚ ਵਸਦਾ ਹੈ। ਐਸੇ ਸ਼ਬਦਾਂ ਦਾ ਬਾਰ-ਬਾਰ ਜੀਵਨ ਦੇ ਵਿੱਚ ਪ੍ਰਯੋਗ ਹੋਣਾ ਹੈ, ਐਸੇ ਸ਼ਬਦਾਂ ਦਾ ਜੀਵਨ ਵਿੱਚ ਬਾਰ-ਬਾਰ ਇਸਤੇਮਾਲ ਹੋਣਾ ਹੈ, ਤੇ ਆਪਣੇ ਮਨ ਨੇ ਇਹ ਜਾਣਨਾ ਹੈ ਕਿ ਇਹ ਸਦੀਆਂ ਤੋਂ ਚਲੇ ਆ ਰਿਹਾ ਪ੍ਰਯੋਗ, ਸਦੀਆਂ ਤੋਂ, ਸ੍ਰਿਸ਼ਟੀ ਦੇ ਆਰੰਭ ਤੋਂ, ਜਦੋਂ ਤੱਕ ਸ੍ਰਿਸ਼ਟੀ ਰਹੇਗੀ। ਭਗਤਾਂ ਦੀ ਬਾਣੀ ਦੇ ਵਿੱਚ ਐਸੇ ਕਈ ਸ਼ਬਦ ਨੇ ਜਿਨ੍ਹਾਂ ਦਾ ਦਾਸ ਸਾਹਿਬ ਜੀ ਨੂੰ ਦਰਸ਼ਨ ਕਰਾਏਗਾ। ਸੋ ਇਹ ਜਿਹੜਾ ਮਾਇਆ ਹੈ, ਸਰੀਰ, ਕਾਇਆ, ਹਨਾ, ਕਹਿੰਦੇ ਜਿਹਨੂੰ ਅਸੀਂ ਕਹਿੰਦੇ ਭਾਈ ਇਹ ਸਾਰਾ ਜਿਹੜਾ ਆਕਾਰ ਮਾਲਕ ਨੇ ਬਣਾਇਆ ਹੈ, ਇਹਦੇ ਵਿੱਚ ਜਿਹੜਾ ਸੰਭਾਲਣ ਵਾਲਾ ਹੈ ਇਹ ਆਤਮਾ ਹੈ, ਪ੍ਰਭ ਹੈ, ਹਰ ਹੈ। ਆਏ ਮਨ ਨੂੰ ਸਮਝ ਆਉਣੀ ਚਾਹੀਦੀ, ਕਲੀਅਰ ਹੋਣਾ ਚਾਹੀਦਾ ਮਨ ਦੇ ਵਿੱਚ। ਸੋ ਆਤਮਾ ਆਪਣੇ ਵਿੱਚ, ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ। ਅਸੀਂ ਕਹਿੰਦੇ ਇਹ ਪਰਮਾਤਮਾ ਹੈ। ਹੁਣ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ, ਉਹਦਾ ਅਰਥ ਹੈ ਕਿ ਜਿਹੜਾ ਸਾਡੇ ਵਿੱਚ ਰੱਬ ਜੀ ਵਸਦੇ ਸੀ, ਪ੍ਰਭ, ਕਹਿੰਦੇ ਉਹ ਹਰੇਕ ਵਿੱਚ ਵਸਦੇ ਹੋਏ ਰੱਬ ਦੇ ਵਿੱਚ ਕਹਿੰਦੇ ਸਾਨੂੰ ਦਿਖਣ ਲੱਗ ਗਿਆ। ਹੁਣ ਪ੍ਰਭ ਤੇ ਹਰ ਆਏ ਇਸਤੇਮਾਲ ਹੋਣਗੇ, ਧਿਆਨ ਰੱਖਿਓ। ਇਹਨਾਂ ਦਾ ਜ਼ਿਕਰ ਨਹੀਂ ਹੋ ਰਿਹਾ, ਇਹਨਾਂ ਬਾਰੇ ਅਰਥਾਂ ਦੇ ਵਿੱਚ ਕਲੈਰਿਟੀ ਨਹੀਂ ਆ ਰਹੀ ਲੋਕਾਂ ਦੀ, ਧਿਆਨ ਰੱਖਣਾ। ਸੋ ਭਗਤ ਨੇ ਜੇ ਭਗਤੀ ਕਰਨੀ ਹੈ ਘੱਟ ਬੈਠੇ ਰੱਬ ਦੀ, ਤੇ ਆਹ ਸ਼ਬਦ ਬਾਣੀ ਦੇ ਵਿੱਚ ਕਾਫੀ ਵਾਰ ਆਉਣਗੇ, ਤੇ ਸਾਨੂੰ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਪ੍ਰਭ ਜਿਹੜਾ ਹੈ ਪਰਮੇਸ਼ਰ, ਜਿੱਥੇ ਔਂਕੜ ਲੱਗਿਆ ਨਾ, ਪਹਿਲਾਂ ਪ੍ਰਭ ਮੁਕਤਿਆਰ, ਇਹ ਮੁਕਤਿਆਰ, ਯਾਨੀ ਜਦੋਂ ਵੀ ਆਪਣਾ ਸ਼ਬਦ ਬੋਲਦੇ ਨੇ ਮਹਾਰਾਜ, ਕੋਈ ਵੀ ਗੱਲ ਬੋਲਣਗੇ ਸ਼ਬਦਾਂ ਰਾਹੀਂ, ਉਸ ਐਸੀ ਗੱਲ ਬੋਲਣਗੇ ਉਹ ਰੱਬ ਦੇ ਨਾਲ ਜੁੜਿਆ ਮੁਕਤ ਹੁੰਦਾ ਹੈ ਬੰਦਾ। ਐਸੇ ਮੁਕਤੇ ਤੋਂ ਸ਼ਬਦ ਸ਼ੁਰੂ ਹੋਣਗੇ ਸਾਰੇ, ਧਿਆਨ ਰੱਖਣਾ। ਮੁਕਤੇ ਤੇ ਜਿਹੜੇ ਸਾਨੂੰ ਮੁਕਤ ਕਰਨਗੇ, ਇਹਦੇ ਨਾਲ ਚੱਲਾਂਗੇ ਤੇ ਮੁਕਤ ਹੋ ਜਾਵਾਂਗੇ। ਇਹ ਸ਼ਬਦ ਕਿਸੇ ਦਾ ਮਜ਼ਾਕ ਕਰਨ ਵਾਸਤੇ ਨਹੀਂ ਬਣੇ। ਇਹ ਸ਼ਬਦ ਜਿਸ ਵੇਲੇ ਆਪਾਂ ਮਜ਼ਾਕ ਵਿੱਚ ਲੈ ਕੇ ਸ਼ਬਦਾਂ ਨੂੰ ਇਸਤੇਮਾਲ ਕਰਦੇ ਹਾਂ, ਫਿਰ ਜੀਵਨ ਮਜ਼ਾਕ ਬਣ ਜਾਂਦਾ ਹੈ, ਧਿਆਨ ਰੱਖਣਾ। ਜੀਵਨ ਆਪਣਾ ਉਹਦਾ ਪਾਰ ਉਤਾਰਾ ਨਹੀਂ ਹੁੰਦਾ, ਉਹ ਮਜ਼ਾਕ ਵਿੱਚ ਹੀ ਰਹਿ ਜਾਂਦਾ, ਧਿਆਨ ਰੱਖਣਾ। ਸੋ ਪਹਿਲਾਂ ਇਹਨਾਂ ਸ਼ਬਦਾਂ ਨੂੰ ਧਿਆਨ ਰੱਖਣਾ। ਪ੍ਰਭ ਇਹ ਅਵਸਥਾਵਾਂ ਦੇ ਸ਼ਬਦ ਨੇ, ਜਿਤਨੇ ਬਾਣੀ ਦੇ ਸ਼ਬਦ ਨੇ ਇਹ 4 ਅਵਸਥਾਵਾਂ ਦਾ ਜ਼ਿਕਰ ਕਰਨਗੇ। ਸੰਸਾਰ ਦੀਆਂ ਜਿਹੜੀਆਂ 3 ਅਵਸਥਾ ਨੇ ਜਿਹਦੇ ਵਿੱਚੋਂ ਆਪਾਂ ਲੰਘਣੇ ਆ, ਤੇ ਸਿੱਖ ਗੁਰਮਤ ਲੈ ਕੇ ਇਹ 4ਥੀ ਅਵਸਥਾ ਤੱਕ ਪਹੁੰਚਦਾ ਹੈ, ਤਾਂ ਸਮਝੋ ਇਹਦਾ ਮੁਕਤ ਜੀਵਨ ਹੋਏਗਾ, ਤਾਂ ਸਮਝੋ ਜੀਵਨ ਦੇ ਵਿੱਚ ਇਹਨੇ ਅਟੇਨਮੈਂਟ ਕੀਤੀ ਹੈ, ਤਾਂ ਇਹਨੂੰ ਜੀਵਨ ਦੀ ਗੱਲ ਸਮਝ ਆਈ। ਹੁਣ ਪਹਿਲੀ ਅਵਸਥਾ ਸੁਣੋ, ਪ੍ਰਭ ਮੁਕਤੇ ਵਾਲੇ ਸ਼ਬਦ, ਧਿਆਨ ਰੱਖਣਾ। ਦੂਜੀ ਅਵਸਥਾ ਔਂਕੜ ਲੱਗਿਆ ਥੱਲੇ। ਤੁਸੀਂ ਦੇਖਿਆ ਕਦੇ ਔਂਕੜ ਲੱਗੇ ਦਾ ਅਰਥ ਹੈ ਕਿ ਧਿਆਨ ਦੇਣਾ। ਖਿਆਲ ਰੱਖੋ, ਆਹ ਰਸਤੇ ਦੇ ਵਿੱਚ ਇੱਕ ਸਪੀਡ ਬ੍ਰੇਕਰ ਨਹੀਂ ਲਗਾਉਂਦੇ ਲੋਕ, ਔਂਕੜ ਲਾ ਦਿੰਦੇ ਨੇ ਔਂਕੜ ਥੱਲੇ, ਯਾਨੀ ਵਿਘਨ ਲਾ ਦਿੰਦੇ, ਵਿਘਨ ਪਾ ਦਿੰਦੇ ਨੇ ਉੱਥੇ। ਉਹ ਔਂਕੜ ਇਸ ਵਾਸਤੇ ਲਗਾਉਂਦੇ ਨੇ, ਸਪੀਡ ਬ੍ਰੇਕਰ ਇਸ ਵਾਸਤੇ ਲਗਾਉਂਦੇ ਨੇ ਕਿ ਇੱਥੇ ਧਿਆਨ ਦਿਓ। ਤੁਸੀਂ ਬੇਸ਼ੱਕ ਪਿੱਛੇ ਧਿਆਨ ਨਾਲ ਚੱਲਦੇ ਆ ਰਹੇ ਹੋ ਗੱਡੀ 'ਚ, ਹਨਾ, ਪਰ ਇੱਥੇ ਪਿੰਡ ਦਾ ਸਕੂਲ ਹੈ, ਬੱਚੇ ਲੰਘਦੇ ਨੇ, ਬਜ਼ੁਰਗ ਲੰਘਦੇ ਨੇ, ਧਿਆਨ ਨਾਲ ਚੱਲੋ ਇੱਥੇ, ਹਨਾ। ਤੇ ਉੱਥੇ ਇੱਕ ਔਂਕੜ ਲਾ ਦਿੰਦੇ ਨੇ, ਸਪੀਡ ਬ੍ਰੇਕਰ ਲਾ ਦਿੰਦੇ ਨੇ, ਤੇ ਇੱਥੇ ਥੱਲੇ ਸਪੀਡ ਬ੍ਰੇਕਰ ਲੱਗਿਆ, ਦੇਖੋ ਪ੍ਰਭ ਦੇ ਥੱਲੇ ਔਂਕੜ ਲੱਗਿਆ। ਉਹਦਾ ਅਰਥ ਹੈ ਕਿ ਪਰਮੇਸ਼ਰ ਜਿਹੜੇ ਸਰੀਰ ਵਿੱਚ ਵਸਦੇ ਨੇ, ਆਪਾਂ ਕੇਵਲ ਬੋਲ ਰਹੇ ਹਾਂ, ਪੜ੍ਹ ਰਹੇ ਹਾਂ, ਬੋਲਦੇ, ਇਹਦਾ ਧਿਆਨ ਦਿਓ, ਇਹਦੇ ਉੱਤੇ ਧਿਆਨ ਬਾਰ-ਬਾਰ ਦਿਓ, ਧਿਆਨ ਰੱਖਣਾ। ਉੱਥੇ ਔਂਕੜ ਵਰਤਿਆ ਜਾਣਾ ਸ਼ਬਦ। ਫਿਰ ਸਿਹਾਰੀ ਲੱਗੀ ਹੋਣੀ ਹੈ, ਧਿਆਨ ਰੱਖਣਾ। ਜਿੱਥੇ ਸਿਹਾਰੀ ਲੱਗੀ ਹੋਣੀ ਹੈ, ਉਹਦਾ ਅਰਥ ਹੈ ਕਿ ਉਹ ਧਿਆਨ ਜਿਹਨੂੰ ਤੁਸੀਂ ਦੇ ਰਹੇ ਸੀ, ਉਹ ਆਪਣੇ ਅੰਦਰ ਵਸ ਜੇ, ਧਿਆਨ ਰੱਖਣਾ। ਆਪਣੇ ਅੰਦਰ ਉਸ ਜਿਸ ਦਾ ਤੁਸੀਂ ਧਿਆਨ ਰੱਖ ਰਹੇ ਹੋ, ਉਹ ਧਿਆਨ ਆਪਣੇ ਅੰਦਰ ਵਸ ਜੇ, ਉੱਥੇ ਸਿਹਾਰੀ ਲੱਗੀ ਹੋਈ। ਇਹਨੂੰ ਇਉਂ ਜਾਣੋ
कि लगाम अंदर दी पै गई। यानी हुण जो भी तुसीं गल करनी है, घट बैठे रब नूं अपने अंदर ध्यान, अंदर ध्यान, वो ते प्रभ नूं सिहारी लगी हुई है। हुण ये तीन अवस्थावां दे विच सारी सृष्टि वरतदी है। आपां पढ़दे हां, ध्यान दे के पढ़दे हां, पर ਇਹ ਗੱਲ चौथी अवस्था गुरमुख पाउंदे हैं। ਇਹਦਾ अर्थ ਇਹ है कि इतना ध्यान ਦਿੰਦੇ ने कि परमेश्वर इस भूमि ਦੇ ਵਿੱਚ प्रगट हो जाते हैं, शरीर ਵਿੱਚ प्रगट हो जाते हैं। ਆਪਾਂ ਜਿਉਂਦੇ ਹੋਵਾਂਗੇ, यानी मन करके मरे होवांगे ते शरीर करके जिउंदे होवांगे। शरीर रब दा होगा, अपना मन इस जान के अपने आप को मिटा के रखेगा। जदों शरीर राही कोई काम रब करते होंगे अपने विचों, ते अपना मन कहेगा मालिक ये तू कर रहा है, तेरा कीता हो रहा। ऐसा चौथी अवस्था कहते भाई प्राप्त होंदी है गुरसिखां नूं, तां जानो प्रभु सानू प्राप्त होए। ਉਹਦਾ अर्थ है कि इस भूमि दे विच परमेश्वर प्रगट हो गए। आपां मरे, मन करके मरे, ते परमेश्वर इस जिउंदे जी भूमि विच प्रगट हो जाना, शरीर विच प्रगट हो जाना। आए छोटी जी अवस्था विच भी जो पूर्वले कर्म हुंदे ने, उन्हां दी समझ आउण तो बंदे जीवन विच रब वर्गे हो जाते हैं। छोटी जी अवस्था विच भी ध्यान रखना, नहीं तो बहुत बड़ी अवस्था हुंदी है तां भी ये चौथी अवस्था तक सुरत जाती नहीं है। चौथी अवस्था तक रब वर्गा होना है। हर एक बंदे ने हर जन ऐसा चाहिए जैसा हर ही हो। सो ऐसी क्रिया नूं आपां ने अपने विच रब नूं पाउणा है, ध्यान रखना, मालिक नूं अपने विच ये चारों अवस्था का स्वरूप आपां ने बनना है। पहली गल तो परमेश्वर शरीर विच जानना है प्रभ, फिर उहदे वल ध्यान रखना है औंकड़, फिर ओनू अपने अंदर वसा लेना है। शब्दां राही पता लगना आपां नूं, पहला अर्थ जानना, फिर शब्दां राही अपने बोल तो पता लगना है, फिर जीवन च प्रभु दी रूप चौथी अवस्था नूं प्राप्त करना। ध्यान रखना, एक जीवन दी सारी क्रिया है। ਇਹਦੇ ਬਾਰੇ ਆਪਾਂ खुल के अगे शब्दां दे नाल जिक्र करांगे। सो आ जिहड़े रब जी अपने विच हन, इन्हां नूं आपां ने हरेक विच देखना है। ध्यान रखना, हर शब्द आएगा ना, मालिक हर विच, हर शब्द आएगा। जैसा प्रभ अपने अंदर है, ऐसे प्रभ जी हर एक विच वास्ते ने, उत्थे फिर सिहारी लग जाए। ध्यान रखना, ऐसी अवस्था बाणी नूं पढ़दिआं किते तुसीं समझ के पढ़ो ते फिर अपनी अवस्था चेंज होने लग जाती है, बदलण लग जाती है। इस शब्द का रस मिलेगा, नहीं तो जीवन दे विच असीं समझदे हां स्वासां ते ही रस मिलता है। स्वासां दा रस शब्द ते टिकिया है। जिहड़े बंदे प्राणायाम कर रहे ने, जोगियां वांगू मैडिटेशन कर रहे ने, महाराज कहंदे भाई ये शब्द का रस नहीं मान रहे। शब्द दे रस दे विच ही कहंदे 10वां द्वार खुलना है, घट बैठे रब नाल मिलना है। कहंदे फिर आपां काम करदे होए रब नूं अपने विच कहंदे भाई ध्यानस्थ होके क्रिया करते होवां, है ना। आपां नूं वखरे ध्यान लगा के बैठण दी लोड़ नहीं पैनी। फिर जीवन की एक जिहड़ी क्रिया है, कहंदे ये सानू महाराज समझाउणा कर रहे। सो इस गल नूं समझियो कि जिहड़ी माया तज देनी, शरीर तज देना, है ना महाराज, इहदे नाल की हुंदा। कहंदे मान तजना बहुत जरूरी है, चाहो मान तजिया ना जाए। जिहड़ा मन दा मान है ना, हंकार कि मैं वड्डा, मैं कीता, मैं करदा, रब दे भाव नूं तां असीं बोलां दे शब्दां दे राहीं बोलदे ही नहीं, जिक्र ही नहीं करते। ऐसा रब का नाम लेना छड्ड ही गया, छड्ड ही दिता है। ध्यान रखना, कहते मान ही है मुनिया नूं, कहते भाई कहते उन्होंने गला दिंदी आ उम्र बहुत बड़ी बड़ियां जिहड़ी लाई बैठे हो तुसीं। कहते सिद्धो कहते तुहाडा मान करके ही तुहानूं इन्नियां वड्डियां वड्डियां उम्र लैके बैठण दी लोड़ पई, नहीं तो एडी वड्डी उम्र लैण दी लोड़ नहीं है। ध्यान रखना, छोटी जी उम्र विच भी रब नूं मिलिया जा सकदा है जे किरिया समझ आ जी, जे रब दा घट बैठे रब दा प्यार दी सोझी आ जाए, है ना। कहते मान सब को खाए, मान ही सब नूं खा जाए। जो मन मान करता है ना, हंकार करता है, घट बैठे रब नूं भुला के अपने आप नूं जनाउंदा है, इहनूं मान कहंदे ने। ध्यान रखना, सो जीवन विच इस क्रिया नूं आपां ने समझना है कि करन वाला सब कुछ रब है। सो एक गुरु दे दसे हुए गुर तो ही पता लगना है। सो इत्थे महाराज कहंदे आपे सतगुर आप है चेला, उपदेश करे प्रभ आपे, है ना।
ਜਿਹੜਾ ਪਰਮੇਸ਼ਰ ਹੈ ਉਹ ਆਪ ਉਪਦੇਸ਼ ਕਰਦਾ। ਦੇਖੋ ਉੱਪਰ ਪ੍ਰਭ ਸ਼ਬਦ ਆਏਗਾ, ਦੂਜੀ ਲਾਈਨ 'ਚ ਨੀਚੇ ਦੇਖੋ ਅਖੀਰ 'ਚ ਹਰ ਆਏਗਾ, ਹੈ ਨਾ। ਆਪਾਂ ਨੇ ਕਦੇ ਗੌਰ ਨਹੀਂ ਕੀਤਾ ਇਹ ਸ਼ਬਦਾਂ ਦਾ, ਹਮੇਸ਼ਾ ਧਿਆਨ ਰੱਖਣਾ ਇਹਨਾਂ ਸ਼ਬਦਾਂ ਦਾ। ਸੋ ਮਹਾਰਾਜ ਕਹਿਣਗੇ ਆਪੇ ਨਾਉ ਜਪਾਇਂਦਾ ਪਿਆਰਾ, ਆਪੇ ਹੀ ਜਪ ਜਾਪੇ। ਕੰਨਾਂ ਲਾ ਕੇ ਬੋਲ ਰਹੇ ਹਨ ਕਿ ਜੇ ਆਪਾਂ ਜਦੋਂ ਸਵੇਰੇ ਜਪ ਰਹੇ ਹਾਂ, ਰੱਬ ਆਪ ਜਪਾਉਂਦਾ ਹੋਏਗਾ ਆਪਣੇ ਵਿੱਚੋਂ, ਕਹਿੰਦੇ ਤਾਂ ਸਮਝੋ ਅਸੀਂ ਰੱਬ ਨਾਲ ਮਿਲ ਰਹੇ ਹਾਂ, ਰੱਬ ਨਾਲ ਮਿਲ ਰਹੇ ਹਾਂ। ਇਹਨਾਂ ਸ਼ਬਦਾਂ ਦਾ ਬਹੁਤ ਧਿਆਨ ਰੱਖ ਕੇ ਬੋਲਣਾ। ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੈ, ਆਪੇ ਆਪ ਸਰਾਹਿੰਦਾ ਪਿਆਰਾ, ਜਨ ਨਾਨਕ ਹਰ ਰਸ ਧਰਾਪੈ। ਕਹਿੰਦੇ ਇਹ ਜਿਹੜਾ ਰੱਬ ਹਰੇਕ ਵਿੱਚ ਵਸਦਾ ਹੈ, ਹਰ ਸ਼ਬਦ ਹੈ ਨਾ ਹਰੇਕ ਵਿੱਚ ਵਸਦਾ ਹੈ। ਕਹਿੰਦੇ ਇਹ ਜਿਸ ਵੇਲੇ ਆਪਣੇ ਅੰਦਰ ਟਿਕੇਗਾ, ਕਹਿੰਦੇ ਉਸ ਰਸ ਨਾਲ ਜੀਵਨ ਦੀ ਕਹਿੰਦੇ ਭਾਈ ਪਿਆਸ ਮਿਟਣੀ ਹੈ, ਭੁੱਖ ਮਿਟਣੀ ਹੈ। ਨਹੀਂ ਤਾਂ ਜੀਵਨ ਵਿੱਚ ਜਿੰਨਾ ਮਰਜ਼ੀ ਤੁਸੀਂ ਜੋਗੀ ਕਰ ਬਣ ਕੇ ਬਹਿ ਜਿਓ, ਜਿੰਨੇ ਮਰਜ਼ੀ ਤੁਸੀਂ ਪਾਠ ਕਰਾ ਲਿਓ, ਹਨਾ, ਮਹਾਰਾਜ ਕਹਿੰਦੇ ਆਪਣੇ ਜੀਵਨ ਨੇ ਬਦਲਣਾ ਹੈ। ਇਹ ਕਿਵੇਂ ਬਦਲੇਗਾ, ਇਹਨੂੰ ਵਿਚਾਰੋ, ਇਹ ਵਿਚਾਰ, ਇਹ ਸਾਰੇ ਸ਼ਬਦ ਵਿਚਾਰਿਓ, ਹਨਾ। ਕਹਿੰਦੇ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਮਾਇਆ ਕਿਸਨੂੰ ਆਖੀਏ, ਮਾਇਆ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹੋ ਜਿਉ ਬੱਧ ਹੈ, ਹਉਮੈ ਕਰਮ ਕਮਾਏ, ਬਿਨ ਸ਼ਬਦੇ ਭਰਮ ਨਾ ਚੂਕਈ, ਨਾ ਵਿੱਚੋਂ ਹਉਮੈ ਜਾਏ। ਸ਼ਬਦ ਤੋਂ ਬਿਨਾਂ ਭਰਮ ਮਿਟਦਾ ਹੀ ਨਹੀਂ ਹੈ, ਬੰਦਾ ਭਰਮਦਾ ਹੀ ਰਹਿੰਦਾ ਹੈ। ਤੁਹਾਡੇ ਸ਼ਬਦਾਂ ਰਾਹੀਂ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਤੁਹਾਡਾ ਮਨ ਹਾਲੇ ਭਰਮ ਰਿਹਾ ਹੈ, ਕਿ ਤੁਹਾਡੇ ਸ਼ਬਦਾਂ ਰਾਹੀਂ ਤੁਹਾਨੂੰ ਪਤਾ ਲੱਗਣਾ ਕਿ ਮੈਂ ਘੱਟ ਬੈਠੇ ਰੱਬ ਨੂੰ ਭੁਲਾ ਕੇ ਬੋਲ ਰਿਹਾ, ਕਿ ਆਪਣੇ ਆਪ ਨੂੰ ਜਨਾ ਕੇ ਬੋਲ ਰਿਹਾ, ਕਿ ਮੈਂ ਆਪਣੇ ਆਪ ਨੂੰ ਮਿਟਾ ਕੇ ਬੋਲ ਰਿਹਾ ਘੱਟ ਬੈਠੇ ਰੱਬ ਦੀ ਯਾਦ ਵਿੱਚ। ਇਹ ਤੁਹਾਡੇ ਸ਼ਬਦਾਂ ਰਾਹੀਂ ਤੁਹਾਡੇ ਮਨ ਨੇ ਕਹਿੰਦੇ ਭਾਈ ਦਰਸ਼ਨ ਪਾਉਣਾ ਹੈ, ਧਿਆਨ ਰੱਖਣਾ। ਇਹਦੇ ਨਾਲ ਨਹੀਂ ਦਰਸ਼ਨ ਪਾਉਣੇ। ਮਹਾਰਾਜ ਕਹਿੰਦੇ ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੇ ਥਾਏ ਨਾ ਪਾਏ। ਪਹਿਲਾਂ ਤਾਂ ਘੱਟ ਬੈਠੇ ਰੱਬ ਨਾਲ ਪੂਰੀ ਪ੍ਰੀਤੀ ਕਰੋ ਕਿ ਮੇਰੇ ਨਾਲ ਰੱਬ ਰਹਿੰਦਾ ਹੈ, ਮੇਰੇ ਵਿੱਚ ਰੱਬ ਵਸਦਾ ਹੈ, ਮੇਰੇ ਵਿੱਚੋਂ ਰੱਬ ਬੋਲਦੇ ਨੇ, ਮੇਰੇ ਵਿੱਚੋਂ ਰੱਬ ਮੈਨੂੰ ਸਮਝਾਉਂਦੇ ਨੇ, ਮੇਰੇ ਵਿੱਚੋਂ ਹੀ ਰੱਬ ਸਭ ਕੁਝ ਦਿੰਦੇ ਨੇ, ਸਾਰੀਆਂ ਆਸਾਂ ਹੀ ਮੇਰੇ ਵਿੱਚੋਂ ਰੱਬ ਨੇ ਪੂਰੀਆਂ ਕਰਨੀਆਂ ਨੇ। ਪਹਿਲਾਂ ਤਾਂ ਰੱਬ ਨਾਲ ਪਹਿਲਾਂ ਪੂਰੀ ਪ੍ਰੀਤੀ ਲਾਓ, ਇਤਨੀ ਪ੍ਰੀਤੀ ਲਗਾਓ ਕਿ ਮਨ ਨੂੰ ਲੱਗੇ ਕਿ ਮੈਂ ਜਿਉਂਦਾ ਹੀ ਤਾਂ ਸਰੀਰ ਦੇ ਵਿੱਚ, ਕਿਉਂਕਿ ਘੱਟ ਬੈਠੇ ਰੱਬ ਨੇ ਮੈਨੂੰ ਜਿਉਂਦਾ ਰੱਖਿਆ ਹੈ। ਇਹ ਜਿਉਂਦਾ ਤਾਂ ਰੱਖਿਆ ਕਿ ਇਸ ਜੀਵਨ ਵਿੱਚ ਮੈਂ, ਜਿਹੜਾ ਮੇਰਾ ਮਨ ਹੈ ਘੱਟ ਬੈਠੇ ਰੱਬ ਦੀ ਉਸਤਤ ਕਰੇ, ਘੱਟ ਬੈਠੇ ਰੱਬ ਨਾਲ ਆਪਣੇ ਆਪ ਨੂੰ ਨਾ ਜਨਾਉਂਦਿਆਂ ਹੈ ਮਿਟ ਜਾਏ, ਆਪ ਗਵਾਈਏ ਨਾ ਸੌ ਪਾਈਏ। ਇਸ ਕਿਰਿਆ ਦੇ ਉੱਤੇ ਕੇਂਦਰਿਤ ਕਿੰਨਾ ਹੋਣਾ ਪੈਣਾ ਹੈ, ਇਹ ਤੁਸੀਂ ਆਪ ਵਿਚਾਰ ਕਰੋ, ਕਿੰਨਾ ਹੋਣਾ ਪੈਣਾ। ਜਿੰਨੇ ਆਪਾਂ ਦੂਰ ਹੈ, ਰੱਬ ਦੂਰ ਤਾਂ ਹੈ ਨਹੀਂ, ਰੱਬ ਤਾਂ ਆਪਣੇ ਅੰਦਰ ਹੈ, ਪਰ ਮਨ ਦੀ ਸਮਝ ਵਿੱਚ ਦੂਰ ਹੈ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ, ਕਹਿੰਦੇ ਸ਼ਬਦੇ ਹਉਮੈ ਮਾਰੀਐ, ਮਾਇਆ ਕਾ ਭਰਮ ਚਾਹੇ। ਕਹਿੰਦੇ ਜਿਸ ਵੇਲੇ ਆਪਣੇ ਸ਼ਬਦਾਂ ਰਾਹੀਂ ਆਪਣੀ ਹਉਮੈ ਮਰ ਜੇਗੀ, ਆਪਾਂ ਮਾਰਨ ਲੱਗ ਜਾਾਂਗੇ, ਹੈ ਗੁਰਬਾਣੀ ਦੇ ਇਸ ਸੋਝੀ ਦੇ ਰਾਹੀਂ ਕਹਿੰਦੇ ਆਪਣੇ ਸ਼ਬਦਾਂ ਵਿੱਚੋਂ ਆਪਣੀ ਹੰਕਾਰ ਨੂੰ ਮਿਟਾਂਗੇ, ਆਪਣੇ ਆਪ ਨੂੰ ਜਨਾਉਣ ਦੀ ਕਿਰਿਆ ਮਿਟਾਵਾਂਗੇ, ਤਾਂ ਆਪਾਂ ਓਨੇ ਹੀ ਰੱਬ ਦੇ ਨੇੜੇ ਜਾਂਦੇ ਜਾਵਾਂਗੇ। ਅੰਦਰ ਉਹਨਾਂ ਹਉਮੈ ਮਿਟੇਗੀ, ਉਹਨਾਂ ਰੱਬ ਦੇ ਵਿੱਚ ਆਪਾਂ ਮਿਟਦੇ ਜਾਵਾਂਗੇ, ਰੱਬ ਆਪਾਂ ਪਾਉਂਦੇ ਜਾਵਾਂਗੇ। ਯਾਨੀ ਰੱਬ ਆਪਣੇ ਉੱਤੇ ਕਿਰਿਆਸ਼ੀਲ ਹੋਣਗੇ, ਆਪਾਂ ਮਿਟਦੇ ਜਾਵਾਂਗੇ। ਜਿਹੜਾ ਆਪਾਂ ਕਹਿੰਦੇ ਸੀ ਨਾ ਆਪਾਂ ਕਰਦੇ ਹਾਂ ਕੰਮ ਉਦੋਂ ਵਧੀਆ ਹੋਊਗਾ, ਪਰ ਕਰਨ ਦੀ ਕਲਾ ਦੇ ਵਿੱਚ ਸਾਡੇ ਨਮਰਤਾ ਰਹੇਗੀ, ਰੱਬ ਦਾ ਭਾਵ ਰਹੇਗਾ, ਤੇ ਉਹ ਕਲਾ ਜਿਸ ਵੇਲੇ ਕੋਈ ਵੀ ਤੁਹਾਡੇ ਵਿੱਚੋਂ ਦੇਖੇਗਾ, ਆਪਣੇ ਵਿੱਚੋਂ ਦੇਖੇਗਾ ਕਿ ਇਹ ਕੰਮ ਦੇਖੋ ਕਿੰਨਾ ਵਧੀਆ ਕਰ ਰਹੇ ਨੇ, ਪਰ ਆਪਣੇ ਆਪ ਨੂੰ ਜਨਾ ਕੇ ਨਹੀਂ ਕਰਦੇ, ਆਪਣੇ ਆਪ ਨੂੰ ਇਹ ਮਿਟਾ ਕੇ ਕਰਦੇ ਨੇ, ਇਹ ਆਪਣੇ ਹੰਕਾਰ ਵਿੱਚ ਨਹੀਂ ਕਰਦੇ, ਇਹ ਰੱਬ ਦੇ ਭੈ ਵਿੱਚ ਕਰਦੇ ਨੇ, ਰੱਬ ਕਰਦਾ ਜਾਣ ਕੇ ਬੋਲਦੇ ਨੇ। ਐਸਾ ਰੱਬ ਦਾ ਨਾਮ ਲੈਂਦੇ ਨੇ ਇਹ ਸਿੱਖ। ਐਸੇ ਸਿੱਖ ਨੂੰ ਅਸੀਂ ਜੀਵਨ ਵਿੱਚ ਸਿੱਖਣਾ ਭੁੱਲ ਗਏ। ਐਸੇ ਸਿੱਖ ਬਣਨ ਦੀ ਅਵਸਥਾ ਆਪਾਂ ਜੀਵਨ ਵਿੱਚ ਬਿਲਕੁਲ ਭੁਲਾ ਦਿੱਤਾ ਹੈ। ਐਸਾ ਨਾਮ ਜਪਣਾ, ਰੱਬ ਦੇ ਉਸਤਤ ਕਰਨੀ, ਰੱਬ ਦੇ ਹਰ ਸ਼ਬਦ ਦੇ ਨਾਲ ਆਪਾਂ ਨੇ ਜ਼ਿਕਰ ਕਰਨਾ ਹੈ, ਕਰਮ ਕਰਦਿਆਂ ਹੋਇਆ ਤੂੰ ਕਰਦਿਆਂ ਰੱਬ ਦਾ ਨਾਮ ਜਪਣਾ ਹੈ। ਧਿਆਨ ਰੱਖਣਾ, ਰਸਨਾ ਜਪਤੀ ਤੂੰ ਹੀ ਹੈ ਨਾ, ਹਰ ਕਿਰਿਆ ਵਿੱਚ ਤੂੰ ਕਹਿਣਾ ਘੱਟ ਬੈਠੇ ਰੱਬ ਨੂੰ, ਜਿਹਦੇ ਨਾਲ ਆਪਾਂ ਮੈਂ ਬੋਲ ਰਹੇ। ਸੋ ਮੈਂ ਕਿਵੇਂ ਮਿਟੇਗੀ, ਇਸ ਦੇ ਵਿਚਾਰ ਕਰੋ। ਹੰਕਾਰ ਕਰਿਆ ਮੈਂ ਨਹੀਂ ਮਿਟਣੀ, ਆਪਣੇ ਆਪ ਨੂੰ ਜਨਾਇਆ ਮੈਂ ਨਹੀਂ ਮਿਟਣੀ, ਹੈ ਨਾ,
ਇਹ ਸ਼ਬਦਾਂ ਨੂੰ ਘੜਨਾ ਪੈਣਾ ਆਪਾਂ ਨੂੰ। ਜਿਸ ਸ਼ਬਦ ਰਾਹੀਂ ਆਪਾਂ ਮੈਂ ਕਰ ਰਹੇ ਹਾਂ, ਇਹ ਜੀਵਨ ਦੀ ਅਵਸਥਾ ਕਹਿੰਦੇ ਭਾਈ ਬਦਲਣੀ ਪੈਣੀ ਹੈ। ਆ ਦੇਖੋ ਸ਼ਬਦ ਦੇਖੋ, ਇੱਕ ਕਹਿੰਦੇ ਸ਼ਬਦ ਮਰੇ ਮਨ ਮਾਰੇ ਅਉਧੂ ਜੋਗ ਜੁਗਤ ਵਿਚਾਰੇ। ਜਿਸ ਵੇਲੇ ਆਪਣਾ ਅੰਦਰਲਾ ਸ਼ਬਦ ਮਰ ਜੇ ਨਾ, ਮਹਾਰਾਜ ਕਹਿੰਦੇ ਤਾਂ ਮਨ ਮਰਿਆ ਜਾਣਿਓ। ਉਹ ਤਾਂ ਮਰਦਾ ਜਦੋਂ ਰੱਬ ਆਪ ਮਾਰਦਾ। ਕੰਨਾਂ ਲਾ ਕੇ ਬੋਲਣਾ, ਇੱਕ ਹੁੰਦਾ ਨਾ ਮਰੇ, ਇੱਕ ਹੁੰਦਾ ਮਾਰੇ ਕੰਨਾਂ ਲਾ ਕੇ। ਰੱਬ ਆਪ ਮਾਰਦਾ ਹੈ। ਕਹਿੰਦੇ ਭਾਈ ਜੋਗ ਜੁਗਤ ਵਿਚਾਰੀ, ਇਹ ਰੱਬ ਦੇ ਨਾਲ ਜੋਗ ਦੀ ਜੁਗਤ ਨੂੰ ਵਿਚਾਰ ਕਰੋ। ਘੱਟ ਬੈਠੇ ਰੱਬ ਨਾਲ ਮਿਲਣਾ ਆਪਾਂ ਨੇ, ਕਿਤੇ ਪਹਾੜੀ ਤੇ ਬੈਠੇ ਰੱਬ ਨਾਲ ਨਹੀਂ ਮਿਲਣਾ, ਕਿਤੇ 7ਵੇਂ ਆਕਾਸ਼ ਤੇ ਬੈਠਾ ਰੱਬ ਨਾਲ ਨਹੀਂ ਮਿਲਣਾ। ਇਸ ਵੇਲੇ ਜਿਹੜਾ ਰੱਬ ਆਪਣੇ ਨਾਲ ਹੈ, ਇਸ ਵੇਲੇ ਜੋ ਆਪਣੇ ਅੰਗ ਸੰਗ ਰਹਿੰਦਾ ਹੈ, ਇਸ ਵੇਲੇ ਜੋ ਆਪਾਂ ਨੂੰ ਬੁਲਾਉਂਦਾ ਤੇ ਆਪਾਂ ਤਾਂ ਬੋਲਦੇ ਹਾਂ, ਇਤਨਾ ਨੇੜੇ ਹੋ ਕੇ ਮਿਲਣਾ ਪੈਣਾ ਆਪਾਂ ਨੂੰ। ਆਪਣੇ ਸ਼ਬਦਾਂ ਦੇ ਵਿੱਚੋਂ ਦੂਰੀ ਖਤਮ ਕਰੋ, ਪਹਿਲਾਂ ਸ਼ਬਦਾਂ ਦੇ ਵਿੱਚੋਂ ਨੇੜਤਾ ਹੀ ਪ੍ਰਗਟ ਕਰੋ, ਸ਼ਬਦਾਂ ਵਿੱਚੋਂ ਘੱਟ ਬੈਠੇ ਰੱਬ ਦੀ ਉਸਤਤ ਜਨਾਓ। ਇਹ ਰੱਬ ਦਾ ਨਾਮ ਜਪਣਾ ਹੈ। ਘੱਟ ਬੈਠੇ ਰੱਬ ਦੇ ਸ਼ਬਦ ਦੇ ਪ੍ਰਤੀ ਕਹਿੰਦੇ ਭਾਈ ਆਪਣੇ ਆਪ ਨੂੰ ਜਨਾਉਣ ਦੀ ਅਵਸਥਾ ਮਿਟਾਓ। ਇਹ ਹੰਕਾਰ ਤੋਂ ਦੂਰ ਹੋਣਾ ਹੈ, ਇਹ ਹੰਕਾਰ ਨੂੰ ਮਾਰਨਾ ਹੈ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ ਮਾਇਆ ਮੋਹ ਭਵਜਲ ਹੈ ਅਵਧੂ ਸ਼ਬਦ ਤਰੇ ਕੁਲ ਤਾਰੀ। ਫਿਰ ਕੁਲ ਤਰ ਜਾਣੀ ਹੈ। ਸ਼ਬਦ ਐਸੇ ਸ਼ਬਦ ਨਾਲ ਆਪਾਂ ਵੀ ਤਰਾਂਗੇ, ਆਪਣੀ ਕੁਲ ਵੀ ਤਰ ਜੂਗੀ। ਧਿਆਨ ਰੱਖਣਾ। ਕਹਿੰਦੇ ਸ਼ਬਦ ਸੂਰ ਜੁਗ ਚਾਰੇ ਅਵਧੂ ਬਾਣੀ ਭਗਤ ਵਿਚਾਰੇ। ਕਹਿੰਦੇ ਭਾਈ ਇਹ ਸ਼ਬਦ ਸੂਰਬੀਰ, ਧਿਆਨ ਰੱਖ, ਚਾਰੋਂ ਯੁਗਾਂ ਵਿੱਚ ਸਭ ਨੂੰ ਕਹਿੰਦੇ ਭਾਈ ਇਹ ਤੋਂ ਤਕੜਾ ਹੋਰ ਕੋਈ ਚੀਜ਼ ਨਹੀਂ ਹੈ ਜਿਹੜੀ ਰੱਬ ਨਾਲ ਮਿਲਾਏਗੀ। ਪ੍ਰਾਣਾਯਾਮ ਨਾਲ ਰੱਬ ਨਹੀਂ ਮਿਲੇਗਾ। ਉਮਰ ਜਿੰਨੀ ਮਰਜ਼ੀ ਵੱਡੀ ਹੈ, ਸੱਪ ਵਾਂਗੂ ਕਰ ਲਿਓ। ਕਹਿੰਦੇ ਭਾਈ ਬਿਰਥੀ ਸਾਖਤ ਕੀਆ, ਸਾਰੀ ਆਰਜਾ ਬਿਰਤੀ ਚਲੀ ਜਾਣੀ। ਸੋ ਐਸੇ ਬਹੁਤ ਸਾਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ। ਕਹਿੰਦੇ ਇਹੋ ਮਨ ਮਾਇਆ ਮੋਇਆ ਉਦੂ ਨਿਕਸੈ ਸ਼ਬਦ ਵਿਚਾਰੀ। ਕਹਿੰਦੇ ਭਾਈ ਜੇ ਨਿਕਸਾਂਗੇ, ਜੇ ਛੁਟਾਂਗੇ, ਜੇ ਆਪਾਂ ਬਚਾਂਗੇ, ਸ਼ਬਦ ਨੂੰ ਆਪਣੇ ਅੰਦਰ ਕਿਵੇਂ ਐਡਰੈਸ ਕਰਨਾ ਹੈ, ਸ਼ਬਦ ਆਪਣੇ ਅੰਦਰ ਕਿਵੇਂ ਰੱਬ ਦੇ ਨਾਲ ਸਾਨੂੰ ਮਿਲਾਉਂਦਾ ਹੈ, ਇਸ ਸ਼ਬਦ ਦੀ ਪਹਿਲਾਂ ਵਿਚਾਰ ਕਰੋ। ਸ਼ਬਦ ਰਾਹੀਂ ਕਿਵੇਂ ਅੰਦਰ ਜਾਇਆ ਜਾਂਦਾ ਹੈ, ਸ਼ਬਦ ਰਾਹੀਂ ਆਪਾਂ ਪਹਿਲਾਂ ਬਾਹਰ ਦੀ ਗੱਲ ਕਰ ਲਓ। ਸ਼ਬਦ ਰਾਹੀਂ ਆਪਾਂ ਕਿਵੇਂ ਲੋਕਾਂ ਦਾ ਨੁਕਸਾਨ ਕਰ ਦਿੰਦੇ ਆ। ਆਪਾਂ ਜਦੋਂ ਸਾਨੂੰ ਬੋਲਣਾ ਨਾ ਆਵੇ ਤੇ ਕਿਵੇਂ ਲੋਕ ਗੁੰਮਰਾਹ ਹੋ ਜਾਂਦੇ ਨੇ, ਹਨਾ, ਕਿਵੇਂ ਫਿਰ ਭਟਕਦੇ ਨੇ, ਕਿਵੇਂ ਫਿਰ ਉਹ ਮਾਰਨ ਤੇ ਆਪਾਂ ਨੂੰ ਆ ਜਾਂਦੇ ਨੇ, ਹਨਾ। ਇਹ ਸ਼ਬਦ ਦੇ ਨਾਲ ਹੀ ਨਾ ਘੜੇ ਜੇ ਹੋਏ ਸ਼ਬਦਾਂ ਨੂੰ ਇਸਤੇਮਾਲ ਕਰਨ ਨਾਲ ਹੀ ਸੰਸਾਰ ਵਿੱਚ ਵੈਰ ਵਿਰੋਧ ਖੜਾ ਹੈ। ਧਿਆਨ ਜਿਤਨਾ ਵੈਰ ਵਿਰੋਧ ਖੜਾ ਹੈ। ਸੋ ਇਸ ਗੱਲ ਨੂੰ ਵਿਚਾਰਿਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਐ ਭਾਈ ਕਹਿੰਦੇ ਇਹ ਮਨ ਮਾਇਆ ਮੋਇਆ ਉਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਾਰੇ। ਇਹ ਰੱਬ ਆਪ ਬਖਸ਼ਦਾ, ਆਪ ਸਾਨੂੰ ਮੇਲਦਾ, ਆਪਾਂ ਤਾਂ ਮਿਲਦੇ ਹਾਂ। ਸੋ ਗੁਰੂ ਸ਼ਬਦ ਇੱਕ ਵਾਰ ਹਮੇਸ਼ਾ ਯਾਦ ਰੱਖਣਾ, ਇਹ ਕੌਨਸਟੈਂਟ ਸ਼ਬਦ ਹੈ, ਹਮੇਸ਼ਾ ਰਹਿਣ ਵਾਲਾ ਸ਼ਬਦ ਹੈ। ਗੁਰੂ ਕਿਸੇ ਬੰਦੇ ਨੂੰ ਨਹੀਂ ਕਿਹਾ ਜਾ ਸਕਦਾ ਹੈ। ਇਹ ਗੁਰੂ ਹਮੇਸ਼ਾ ਜਾਂ ਤਾਂ ਆਪਣੇ ਘੱਟ ਬੈਠੇ ਰੱਬ ਦੀ ਬਾਣੀ ਹੈ, ਫਿਰ ਜਿਹੜਾ ਵੀ ਬੰਦਾ ਘੱਟ ਬੈਠੇ ਰੱਬ ਦੀ ਬਾਣੀ ਅਨੁਸਾਰ ਚੱਲਦਾ ਹੈ, ਫਿਰ ਉਹ ਆਪਣੇ ਆਪ ਨੂੰ ਮਿਟਾਉਂਦਾ ਹੈ। ਫਿਰ ਉਹ ਰੱਬ ਆਪ ਹੀ ਕਹਿੰਦੇ ਭਾਈ ਸੰਸਾਰ ਦੇ ਵਿੱਚ ਕਿਵੇਂ ਲੋਕਾਂ ਨੇ ਚੱਲਣਾ, ਫਿਰ ਉਹ ਚਰਨ ਆਪਣੇ ਵਿੱਚੋਂ ਫਿਰ ਰੱਬ ਆਪ ਦਿਖਾਉਂਦੇ ਨੇ, ਹਨਾ। ਉਹ ਫਿਰ ਸਾਰੇ ਸੰਸਾਰ ਦੇ ਗੁਰੂ ਨੇ, ਹਨਾ। ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਹਿਲਾਂ ਆਪ ਮਿਟੇ, ਫਿਰ ਨਾਨਕ ਗੁਰੂ ਨਹੀਂ ਸੀ, ਫਿਰ ਸ਼ਬਦ ਗੁਰੂ ਸੀ। ਕਹਿੰਦੇ ਫਿਰ ਸ਼ਬਦ ਨਾਲ ਜੁੜੇ, ਫਿਰ ਰੱਬ ਆਪ ਕਹਿੰਦੇ ਭਾਈ ਜਿਸ ਵੇਲੇ ਨਾਨਕ ਸੱਚੇ ਪਾਤਸ਼ਾਹ ਪੂਰਨ ਤੌਰ ਤੇ ਮਿਟੇ, ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ, ਹਨਾ। ਜਿਸ ਵੇਲੇ ਪੂਰਨ ਤੌਰ ਤੇ ਮਿਟੇ, ਫਿਰ ਰੱਬ ਹੀ ਨਾਨਕ ਹੋ ਕੇ ਵਰਤੇ। ਇਸ ਖੇਲ ਨੂੰ ਸਮਝੋ ਬਸ। ਆਹ ਖੇਲ ਸ਼ਬਦਾਂ ਨਾਲ ਸਮਝਣਾ, ਆਹ ਖੇਲ ਆਪਾਂ ਨੇ ਸ਼ਬਦਾਂ ਦੇ ਨਾਲ ਹੀ ਆਪਣੇ ਜੀਵਨ ਵਿੱਚ ਘਟਾਉਣੀ ਹੈ। ਸੋ ਮਹਾਰਾਜ ਕਹਿੰਦੇ ਭਾਈ ਇੱਕ ਤਾਂ ਘੱਟ ਬੈਠੇ ਰੱਬ ਦੀ ਬਾਣੀ ਗੁਰੂ ਹੈ, ਫਿਰ ਹਰ ਭਾਸ਼ਾ ਦੇ ਸ਼ਬਦ ਕਹਿੰਦੇ ਦੇ ਦੁਆਰਾ ਰੱਬ ਬੋਲਦਾ ਹੈ। ਐਸੀ ਬਾਣੀ ਗੁਰੂ ਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਅੱਖਰਾਂ ਦੇ ਵਿੱਚ ਜਿਹੜੀ ਭਾਸ਼ਾ ਦੇ ਸ਼ਬਦਾਂ ਵਿੱਚ ਰੱਬ ਦੀ ਬਾਣੀ ਆਈ, ਮਹਾਰਾਜ ਨੇ ਉਸ ਤਰ੍ਹਾਂ ਹੀ ਦਰਜ ਕੀਤੀ। ਪਰ ਗੁਰਮੁਖੀ ਲਿਪੀ ਵਿੱਚ, ਲਿਪੀ ਸਕ੍ਰਿਪਟ ਗੁਰਮੁਖੀ ਹੈ। ਇਸ ਗੱਲ ਨੂੰ ਬਾਰ-ਬਾਰ ਵਿਚਾਰੋ, ਬਾਰ-ਬਾਰ ਵਿਚਾਰੋ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ
ਇੱਕ ਤਾਂ ਗੁਰੂ, ਫਿਰ ਦੂਜਾ ਗੱਲ ਗੁਰ। ਇਹ ਕੌਂਸਟੈਂਟ ਸ਼ਬਦ ਹੈ। ਜਦੋਂ ਤੱਕ ਇਹਨਾਂ ਸ਼ਬਦਾਂ ਦੇ ਆਪਾਂ ਨੂੰ ਅਰਥ ਨਹੀਂ ਨਾ ਪਤਾ ਹੋਣਗੇ, ਬਾਣੀ ਦੀ ਸੋਝੀ ਨਹੀਂ ਆਉਣੀ ਜੀ, ਬਾਣੀ ਦੀ ਸਮਝ ਨਹੀਂ ਆਉਣੀ। ਧਿਆਨ ਰੱਖਣਾ, ਜਿਹੜਾ ਗੁਰੂ ਦੇ ਸਨਮੁਖ ਹੋਊਗਾ ਉਹ ਹੀ ਹੋਏਗਾ ਜਿਹੜਾ ਇਸ ਗੁਰ ਨੂੰ ਸਮਝੇਗਾ। ਯਾਨੀ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਜੁਗਤ ਦੱਸ ਰਹੇ ਨੇ, ਇਸ ਜੁਗਤ ਨੂੰ ਸਮਝਿਆ ਹੀ ਗੁਰੂ ਦੀ ਸਮਝ ਆਉਣੀ ਹੈ ਕਿ ਘੱਟ ਬੈਠੇ ਰੱਬ ਦੀ ਬਾਣੀ ਕਿਵੇਂ ਗੁਰੂ ਹੈ, ਘੱਟ ਬੈਠੇ ਰੱਬ ਦੇ ਜਿਹੜੀ ਬਾਣੀ ਦੇ ਸ਼ਬਦ ਨੇ, ਚਾਹੇ ਕਿਸੇ ਭਾਸ਼ਾ ਵਿੱਚੋਂ ਆਏ, ਉਹ ਕਿਵੇਂ ਗੁਰੂ ਦਾ ਰੂਪ ਨੇ। ਧਿਆਨ ਰੱਖਣਾ, ਕਿਉਂਕਿ ਰੱਬ ਸਭ ਦੇ ਵਿੱਚੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਧਿਆਨ ਰੱਖਣਾ। ਸੋ ਹਰੇਕ ਬੰਦੇ ਵਿੱਚੋਂ ਰੱਬ ਨੇ ਕਹਿੰਦੇ ਭਾਈ ਰਾਸਤਾ ਦੇਣਾ ਹੈ, ਰੱਬ ਨੇ ਰਾਸਤਾ ਸਮਝਾਉਣਾ ਹੈ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣ। ਸੋ ਹਰੇਕ ਬੰਦੇ ਦੀ ਭਾਸ਼ਾ ਦੇ ਵਿੱਚੋਂ ਰੱਬ ਬੋਲਦਾ ਹੈ, ਉਹਨਾਂ ਸ਼ਬਦਾਂ ਰਾਹੀਂ ਰੱਬ ਬੋਲਦੇ ਨੇ। ਐਸਾ ਜ਼ਿਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਕੀਤਾ ਗਿਆ। ਸਕ੍ਰਿਪਟ ਗੁਰਮੁਖੀ ਹੈ, ਪਰ ਸ਼ਬਦ ਦੇ, ਭਾਸ਼ਾ ਦੇ ਸ਼ਬਦ ਕਹਿੰਦੇ ਘੱਟ ਬੈਠੇ ਰੱਬ ਦੀ ਬਾਣੀ ਦੇ ਸ਼ਬਦ ਕਹਿੰਦੇ ਭਾਈ ਉਹਨਾਂ ਦੀ ਹੀ ਭਾਸ਼ਾ ਦੇ ਵਿੱਚ ਬੋਲੇ ਗਏ, ਉਹਨਾਂ ਦੀ ਹੀ ਭਾਸ਼ਾ ਵਿੱਚ। ਸੋ ਇਸ ਗੱਲ ਨੂੰ ਵਿਚਾਰੋ, ਗੁਰੂ ਤੇ ਗੁਰ ਨੂੰ ਇਹ ਪਹਿਲਾਂ ਕੌਂਸਟੈਂਟ ਸਮਝੋ, ਕੌਂਸਟੈਂਟ ਬਾਰ-ਬਾਰ ਸਮਝਣਾ ਪੈਣਾ। ਸੋ ਆ ਜਿਹੜਾ ਗੁਰ ਹੈ ਇਹ ਜੋਗ ਦੀ ਜੁਗਤ ਹੈ, ਘੱਟ ਬੈਠੇ ਰੱਬ ਨਾਲ ਜੋਗ ਕਮਾਉਣ ਦੀ ਇਹ ਮੈਥਡ ਹੈ, ਟੈਕਨੀਕ ਹੈ, ਵਿਧੀ ਹੈ, ਢੰਗ ਹੈ, ਤਰੀਕਾ ਹੈ। ਧਿਆਨ, ਜਿੱਥੇ ਗੁਰ ਸ਼ਬਦ ਆ, ਨਹੀਂ ਤਾਂ ਗੁਰ ਦਾ ਅਰਥ ਲੋਕਾਂ ਨੇ ਗੁਰੂ ਕਰਿਆ ਹੈ। ਵਿਚਾਰਿਓ, ਕਹਿੰਦੇ ਸ਼ਬਦਾਂ ਦੀ ਜਿਹੜੀ ਬਾਣੀ ਹੈ, ਕਹਿੰਦੇ ਇਹ ਸ਼ਬਦਾਂ ਰਾਹੀਂ ਇਹ ਬਾਣੀ ਪ੍ਰਗਟ ਹੋ ਰਹੀ ਹੈ। ਧਿਆਨ ਰੱਖਣਾ, ਜਿਹੜੀ ਵੀ ਭਾਸ਼ਾ ਤੁਸੀਂ ਬੋਲਦੇ, ਜਿਹੜੀ ਵੀ ਭਾਸ਼ਾ, ਚਾਹੇ ਤੁਸੀਂ ਹਿੰਦੀ ਬੋਲਦੇ ਹੋ, ਪੰਜਾਬੀ ਬੋਲਦੇ ਹੋ, ਸੰਸਕ੍ਰਿਤ ਬੋਲਦੇ ਹੋ, ਫਾਰਸੀ ਬੋਲਦੇ ਹੋ, ਹਨਾ, ਜੋ ਵੀ ਭਾਸ਼ਾ ਤੁਸੀਂ ਬੋਲਦੇ ਉਹਦੇ ਸ਼ਬਦ ਕਹਿੰਦੇ ਭਾਈ ਆ ਗੁਰੂ ਸਾਨੂੰ ਗੁਰ ਉਹਨਾਂ ਸ਼ਬਦਾਂ ਰਾਹੀਂ ਸਮਝਾਉਂਦੇ ਨੇ। ਸੋ ਜਦੋਂ ਤੁਸੀਂ ਸੰਸਕ੍ਰਿਤ ਪੜ੍ਹੋ, ਘੱਟ ਬੈਠੇ ਰੱਬ ਦਾ ਗੁਰ ਜਾਣੋਗੇ। ਜਦੋਂ ਤੁਸੀਂ ਫਾਰਸੀ ਦੇ ਸ਼ਬਦ ਪੜ੍ਹੋ, ਯਕਰਸ ਗੁਫਤਮ ਪੇਸ਼ ਦੋ ਦਰਗੋਸ਼ ਗੁਣ ਕਰਤਾਰ, ਹਨਾ, ਕਹਿੰਦੇ ਤੁਸੀਂ ਫਿਰ ਉਹਦੇ ਵਿੱਚੋਂ ਗੁਰ ਜਾਣੋਗੇ, ਘੱਟ ਬੈਠੇ ਰੱਬ ਦਾ ਭੇਦ ਜਾਣੋਗੇ, ਜੁਗਤ ਜਾਣੋਗੇ, ਕਿਉਂਕਿ ਤੁਸੀਂ ਫਾਰਸੀ ਬੋਲਦੇ ਹੋ। ਇਹ ਕਲਾ ਸਮਝੋ ਪਹਿਲਾਂ। ਸੋ ਜੀਵਨ ਦੀ ਐਸੀ ਕਿਰਿਆ ਮਹਾਰਾਜ ਨੇ ਸਾਨੂੰ ਦ੍ਰਿੜ ਕਰਾਈ। ਕਹਿੰਦੇ ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਨਿਆ। ਕਹਿੰਦੇ ਭਾਈ ਆਪਣੇ ਅੰਦਰ ਰੱਬ ਸਭ ਨੂੰ ਦੇਖਦਾ ਹੈ, ਜਿਹੜਾ ਇਸ ਗੁਰੂ ਦੇ ਗੁਰ ਤੋਂ ਪ੍ਰਸਾਦ ਲੈਣਾ, ਕਿਰਪਾ ਦਾ ਪਾਤਰ ਬਣਦਾ ਹੈ, ਹਨਾ, ਕਹਿੰਦੇ ਤਾਂ ਜੀਵਨ ਵਿੱਚ ਮਿਲਿਆ ਜਾਂਦਾ ਹੈ। ਕਹਿੰਦੇ ਉਹੀ ਜੀਵਨ ਵਿੱਚ ਉਹਦਾ ਲੇਖਾ ਪੂਰਾ ਹੁੰਦਾ ਹੈ। ਕਹਿੰਦੇ ਉਹੀ ਜੀਵਨ ਨੂੰ ਆਪਣੇ ਲੇਖੇ ਵਿੱਚ ਲਾਉਂਦੇ ਨੇ। ਧਿਆਨ ਰੱਖਣਾ, ਨਹੀਂ ਤਾਂ ਆਪਣੀ ਸਾਰੀ ਆਰਜਾ ਵਿਕਾਰ ਕਰ ਲੈਂਦੇ। ਕਹਿੰਦੇ ਐਸੇ ਘੱਟ ਬੈਠੇ ਰੱਬ ਦਾ ਕਹਿੰਦੇ ਨਾਮ ਫਿਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਜ਼ਿਕਰ ਕਰਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਇਹਦਾ ਮਤਲਬ ਹੈ। ਧਿਆਨ ਰੱਖਣਾ, ਪਹਿਲਾਂ ਤਾਂ ਆਪਣੇ ਆਪ ਦਾ ਜ਼ਿਕਰ ਕਰਦੇ ਸੀ ਨਾ, ਉਹਦਾ ਅਰਥ ਹੈ ਕਿ ਆਪਣਾ ਨਾਮ ਲੈਂਦੇ ਹੁੰਦੇ ਸੀ। ਹੁਣ ਆਪਣਾ ਰੱਬ ਦਾ ਜ਼ਿਕਰ ਕਰਨ ਦਾ ਸਾਨੂੰ ਰੱਬ ਨੇ ਅਵਸਥਾ ਦਿੱਤੀ ਹੈ, ਉਹਦਾ ਅਰਥ ਹੈ ਕਿ ਸ਼ਬਦਾਂ ਰਾਹੀਂ ਆਪਾਂ ਘੱਟ ਬੈਠੇ ਰੱਬ ਦਾ ਨਾਮ ਲੈ ਰਹੇ, ਹਨਾ। ਐਸੇ ਪੂਰੇ ਗੁਰ ਤੇ ਭਾਵ, ਜਿਸ ਵੇਲੇ ਆਪਾਂ ਨੂੰ ਇਹ ਪੂਰਾ ਗੁਰ ਸਮਝੇਗਾ ਨਾ, ਇਹ ਪੂਰੀ ਅੰਡਰਸਟੈਂਡਿੰਗ ਸਾਡੇ ਜੀਵਨ ਚ ਪ੍ਰਾਪਤ ਹੋਊਗੀ ਨਾ, ਤਾਂ ਇਹ ਅਵਸਥਾ ਪ੍ਰਾਪਤ ਹੋਣੀ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਭਾਈ ਜਗਤ ਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੀਤੇ ਕਰਮ ਕਰੇ, ਦੁੱਖ ਲੱਗੈ ਤਨ ਤਾਏ। ਫਿਰ ਜੀਵਨ ਜਿਤਨੇ ਕੰਮ ਆਪਾਂ ਦੂਜੇ ਭਾਏ ਵਿੱਚ ਕਰਦੇ ਹਾਂ, ਦੁੱਖ ਲੱਗਦਾ ਹੈ, ਹਨਾ, ਕਹਿੰਦੇ ਤਨ ਬੇਕਾਰ ਹੁੰਦਾ ਹੈ। ਧਿਆਨ ਰੱਖਣਾ, ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ, ਸੱਚੀ ਬਾਣੀ ਕਰਮ ਕਰੇ, ਅੰਤਿਮ ਨਾਮ ਤੇ ਆਏ। ਜਦੋਂ ਅਸੀਂ ਸੱਚੀ ਬਾਣੀ ਰਾਹੀਂ ਕਰਮ ਕਰਕੇ ਆਪਣਾ ਮਨ ਜੀਵਨ ਵਿੱਚ ਘੱਟ ਬੈਠੇ ਰੱਬ ਦਾ ਜ਼ਿਕਰ ਕਰਨ ਲੱਗ ਜਾਏ, ਆਪਾਂ ਨਿਤਾ ਪ੍ਰਤੀ ਰੱਬ ਦਾ ਨਾਮ ਤੇ ਆ ਰਹੇ ਹਾਂ। ਇਹ ਜਾਣੋ, ਵਿਚਾਰੋ, ਇਸ ਸ਼ਬਦ ਤੇ ਵਿਚਾਰ ਕਰੋ ਨਾ ਜੀ। ਆਪਾਂ ਕੀ ਕਰਦੇ ਹਾਂ, ਕਰਮ ਜਿਸ ਵੇਲੇ ਕਰਦੇ ਹਾਂ ਤੇ ਅਸੀਂ ਜਦੋਂ ਬਾਣੀ ਰਾਹੀਂ ਬੋਲਦੇ ਹਾਂ, ਅਸੀਂ ਕਹਿੰਦੇ ਮੈਂ ਕੀਤਾ ਜੀ, ਪੁੱਠਾ ਬੋਲ ਜਾਂਦੇ, ਤੇ ਉਹਦਾ ਅਰਥ ਹੈ ਕਿ ਆਪਾਂ ਆਪਣਾ ਨਾਮ ਜਪਣ ਲੱਗ ਗਏ, ਆਪਣਾ ਨਾਮ ਜਪਣ ਲੱਗ ਗਏ।
जे ਉਹੀ ਕਰਮ ਕਰਕੇ ਘਟ ਬੈਠੇ ਰੱਬ ਦਾ ਨਾਮ ਲੈਂਦੇ ਕਿ ਮਾਲਕ ਜ਼ਿਕਰ ਕਰਦੇ ਕਿ ਮਾਲਕ ਤੂੰ ਕੀਤਾ ਤੇਰਾ ਕੀਤਾ ਪਰ ਰੱਬ ਦਾ ਨਾਮ ਨਹੀਂ ਜਪ ਰਹੇ। ਐਸਾ ਜਪਣਾ ਸਿੱਖੀਏ ਜੀ ਆਪਾਂ ਸਭ ਨੇ। ਕਹਿੰਦੇ ਨਾਨਕ ਚਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਸੋ ਐਸੇ ਸ਼ਬਦ ਦੀ ਵਿਚਾਰ ਕਰੋ। ਦੇਖੋ ਕਿਤਨੇ ਸ਼ਬਦ ਨੇ ਮਹਾਰਾਜ ਦੇ, ਹਨਾ। ਰੱਬ ਆਪ ਕਰਦਾ ਹੈ, ਉਹਦਾ ਹੀ ਕੀਤਾ ਹੁੰਦਾ ਹੈ। ਕਹਿੰਦੇ ਐਸੇ ਗੁਰ ਤੋਂ ਹੀ ਪ੍ਰਾਪਤ ਹੋਣਾ। ਸੋ ਜੀਵਨ ਵਿੱਚ ਐਸਾ ਗੁਰ ਨਾਮਾ ਛੀਂਬਾ ਜੀ ਕਬੀਰ ਜੀ, ਹਨਾ, ਇਹਨਾਂ ਨੇ ਕਹਿੰਦੇ ਭਾਈ ਜੁਲਾਹਾ ਜੋ ਸੀ ਨਾਮੇ ਛੀਂਬਾ ਜੀ ਸੀਗੇ, ਕਹਿੰਦੇ ਕਬੀਰ ਜੁਲਾਹੇ ਸੀ, ਹਨਾ। ਇਹਨਾਂ ਨੇ ਐਸੇ ਗੁਰ ਤੋਂ ਹੀ ਗਤ ਪ੍ਰਾਪਤ ਕੀਤੀ ਹੈ, ਐਸੀ ਟੈਕਨੀਕ ਸਿੱਖੀ ਹੈ, ਐਸੇ ਮੈਥਡ ਨੂੰ ਸਿੱਖਿਆ, ਐਸੇ ਵਿਧੀ ਨੂੰ ਜਾਣਿਆ। ਕਹਿੰਦੇ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ। ਕਹਿੰਦੇ ਜਿਹੜੇ ਬ੍ਰਹਮ ਦੇ ਬੇਤੇ ਨੇ ਜ਼ਿਕਰ ਕਰਨ ਵਾਲੇ, ਕਹਿੰਦੇ ਸ਼ਬਦ ਨੂੰ ਪਛਾਣਦੇ ਨੇ, ਸ਼ਬਦ ਦੇ ਰਾਹੀਂ ਜ਼ਿਕਰ ਕਰਦੇ ਨੇ। ਫਿਰ ਆਪਣੇ ਸ਼ਬਦ ਨੂੰ ਘੜਦੇ ਨੇ ਕਿ ਮੈਂ ਕਿਵੇਂ ਬੋਲਦਾ ਤੇ ਰੱਬ ਦੇ ਭਗਤ ਕਿਵੇਂ ਬੋਲਦੇ। ਫਿਰ ਰੱਬ ਸਾਡੇ ਨਾਲ ਜਿਹੜਾ ਅੰਦਰ ਵਸਦਾ ਤੇ ਅਸੀਂ ਫਿਰ ਕਿਵੇਂ ਬੋਲਣਾ ਸਿੱਖੀਏ ਸ਼ਬਦਾਂ ਰਾਹੀਂ। ਉਹ ਜਿਹੜਾ ਜ਼ਿਕਰ ਹੈ ਨਾ, ਕਹਿੰਦੇ ਭਾਈ ਗੁਰੂ ਦੇ ਗੁਰ ਤੋਂ ਹੀ ਮਿਲਦੀ ਹੈ। ਤਾਂ ਹੀ ਜਾਤ ਆਪਣੇ ਹਉਮੈ ਦੀ ਜਾਤ ਗਵਾਈ ਜਾਣੀ ਹੈ, ਨਹੀਂ ਤਾਂ ਬੰਦਾ ਹੰਕਾਰ ਵਿੱਚ ਹੀ ਕਹਿੰਦੇ ਆਪਣੀ ਮਨੁੱਖਾ ਜਾਤ ਨੂੰ ਖਤਮ ਕਰ ਲੈਂਦਾ। ਸੋ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮਿਟੇ ਪਾਏ। ਕਹਿੰਦੇ ਜਿੰਨੇ ਸੁਰ ਜਿੰਨੇ ਨਰ ਨੇ ਕਹਿੰਦੇ ਤਾਕਤਵਰ, ਕਹਿੰਦੇ ਐਸੇ ਘਟ ਬੈਠੇ ਰੱਬ ਦੀ ਬਾਣੀ ਗਾਉਂਦੇ ਨੇ, ਐਸੇ ਭਗਤਾਂ ਨੂੰ ਸੁਣਦੇ ਨੇ। ਸੋ ਐਸੇ ਦੈਂਤ ਪੁੱਤਰ ਵਰਗੇ, ਹਨਾ। ਦੇਖੋ ਕਰਮ ਧਰਮ ਕਿਛ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ। ਕਹਿੰਦੇ ਦੈਂਤ ਪੁੱਤਰ ਜਿਹੜਾ ਪ੍ਰਹਿਲਾਦ ਸੀ, ਉਹਨੇ ਕੋਈ ਕਰਮ ਧਰਮ ਨਹੀਂ ਸਿੱਖਿਆ ਸੀਗਾ। ਮਹਾਰਾਜ ਕਹਿੰਦੇ ਉਹ ਦੂਜਾ ਭਾਉ ਨਹੀਂ ਜਾਣਦਾ ਸੀ। ਉਹ ਜਦੋਂ ਵੀ ਕੰਮ ਕਰਦੇ ਕਹਿੰਦੇ ਰੱਬ ਕਰਦਾ। ਇੰਨਾ ਨੇੜੇ ਹੋ ਕੇ ਸ਼ਬਦਾਂ ਰਾਹੀਂ ਜ਼ਿਕਰ ਕਰਕੇ ਆਪਣੀ ਹਉਮੈ ਮਿਟਾ ਕੇ ਘਟ ਬੈਠੇ ਰੱਬ ਦਾ ਨਾਮ ਸ਼ਬਦਾਂ ਦੁਆਰਾ ਲੈਂਦੇ ਹੁੰਦੇ ਸੀ। ਕਹਿੰਦੇ ਸਤਿਗੁਰ ਭੇਟਿਆ ਨਿਰਮਲ ਹੋਆ ਅੰਦਰ ਨਾਮ ਬਖਾਣੇ। ਕਹਿੰਦੇ ਨਿਤਾ ਪ੍ਰਤੀ ਉਹ ਨਾਮ ਬਖਾਉਂਦੇ ਸੀ। ਸਤ ਕਰਕੇ ਗੁਰੂ ਦੇ ਗੁਰ ਨੂੰ ਉਹ ਭੇਟੇ ਹੋਏ ਸੀ, ਮਿਲੇ ਹੋਏ ਸੀ। ਜੋ ਗੁਰੂ ਦਾ ਗੁਰ ਘਟ ਬੈਠੇ ਰੱਬ ਦੀ ਬਾਣੀ ਜੋ ਜੁਗਤ ਦੱਸਦੀ ਸੀ, ਉਹਦੇ ਨਾਲ ਉਹਨਾਂ ਦੀ ਸੁਰਤ ਜੁੜੀ ਹੋਈ ਸੀ ਹਮੇਸ਼ਾ। ਉਹਨਾਂ ਨੂੰ ਕਹਿੰਦੇ ਸਤਿਗੁਰ ਦਾ ਭੇਟਿਆ ਹੋਣਾ, ਸਤਿਗੁਰ ਨਾਲ ਮਿਲਾਪ ਹੋ ਜਾਣਾ, ਸਤਿਗੁਰ ਦਾ ਮਿਲਾਪ ਹੋ ਜਾਣਾ। ਉਹ ਨਿਰਮਲ ਹੋ ਗਏ। ਧਿਆਨ ਰੱਖਣਾ। ਕਹਿੰਦੇ ਇੱਕ ਫਿਰ ਕੀ ਕਹਿੰਦੇ ਏਕੋ ਪੜ੍ਹੈ ਏਕੋ ਨਾ ਬੂਝੈ ਦੂਜਾ ਹੋਰ ਨਾ ਜਾਣੇ। ਉਹ ਜਦੋਂ ਪੜ੍ਹਦੇ ਇੱਕ ਨੂੰ ਪੜ੍ਹਦੇ, ਹਨਾ, ਕਹਿੰਦੇ ਭਾਈ ਉਹ ਇੱਕ ਨੂੰ ਹੀ ਬੁੱਝਦੇ, ਉਹਦੀ ਉਸਤਤ ਹੀ ਬੁੱਝਦੇ, ਨਿਰਾਕਾਰ ਦੀ ਉਸਤਤ ਬੁੱਝਦੇ ਪੜ੍ਹਦੇ ਆ। ਕਹਿੰਦੇ ਦੂਜਾ ਕਿਸੇ ਨੂੰ ਕੁਝ ਜਾਣਦੇ ਹੀ ਨਹੀਂ। ਇਹ ਮਾਂ ਵੀ ਕਰਦੀ, ਕਹਿੰਦੇ ਫਿਰ ਉਹ ਰੱਬ ਹੀ ਕਰਦਾ। ਕਹਿੰਦੇ ਉਹ ਦੂਜਾ ਨਾਂ ਨਹੀਂ ਲੈਂਦੇ ਸੀ ਕਿ ਇਹ ਮੇਰੀ ਮਾਂ ਨੇ ਕੰਮ ਕੀਤਾ। ਉਹ ਕਹਿੰਦੇ ਰੱਬ ਨੇ ਮੇਰੀ ਮਾਂ ਬਣ ਕੇ ਮੇਰਾ ਕੰਮ ਕੀਤਾ ਹੈ, ਹਨਾ। ਆਏ ਉਹਨਾਂ ਦੇ ਸ਼ਬਦ ਤੋਂ ਵਖਾਣ ਹੁੰਦਾ ਸੀ। ਜੇ ਪਿਤਾ ਵੀ ਕੰਮ ਕਰਦਾ ਤੇ ਕਹਿੰਦੇ ਭਾਈ ਰੱਬ ਹੀ ਇਹ ਕੰਮ ਕਰ ਰਿਹਾ, ਪਿਤਾ ਬਣ ਕੇ ਕਰ ਮੈਨੂੰ ਸੰਭਾਲਣ ਵਾਸਤੇ। ਧਿਆਨ ਰੱਖਣਾ। ਐਸੀ ਅਵਸਥਾ ਕਹਿੰਦੇ ਭਾਈ ਪ੍ਰਹਿਲਾਦ ਨੇ ਬੁਝਿਆ। ਦੈਂਤ ਪੁੱਤਰ ਕਹਿੰਦੇ ਸੀ ਉਹਨੂੰ। ਧਿਆਨ ਰੱਖਣਾ। ਐਵੇਂ ਜਿਵੇਂ ਮਿੱਤਰ ਮੈਂ ਕਹਿੰਦੇ ਇਹ ਮੱਤ ਕਹਿੰਦੇ ਤਰਲੋਚਨ ਨੇ ਪਾਈ, ਕਬੀਰ ਨੇ ਪਾਈ, ਰੁਕਮਾਂਦ ਨੇ ਪਾਈ, ਹਨਾ। ਕਹਿੰਦੇ ਭਾਈ ਐਸੇ ਅਮਰੀਕ ਨੇ ਪਾਈ, ਪ੍ਰਹਿਲਾਦ ਨੇ ਪਾਈ। ਐਸੇ ਸਾਰੇ ਸ਼ਬਦਾਂ ਦੇ ਵਿੱਚੋਂ ਤੁਸੀਂ ਕਦੇ ਖਿਆਲ ਕਰੋ, ਆ ਗੁਰ ਕਾਂਸਟੈਂਟ ਹੈ ਜੀ। ਇਹ ਗੁਰ ਨੂੰ ਸਿੱਖਣਾ। ਸੋ ਸੱਚੇ ਪਾਤਸ਼ਾਹ ਦਾ ਸ਼ਬਦ ਇੱਥੇ ਆਪਾਂ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਕਹਿੰਦੇ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ। ਹੁਣ ਦੂਜਾ ਪ੍ਰਸ਼ਨ ਜੋਗੀਆਂ ਦਾ ਫੇਰ ਆ ਰਿਹਾ। ਕਹਿੰਦੇ ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾਸ ਹੈ। ਕਹਿੰਦੇ ਕਿਸ ਬੁੱਧੀ ਦੇ ਨਾਲ ਅਸੀਂ ਟਿਕੇ ਰਹੀਏ, ਅਸਥਿਰ ਕਾਇਮ ਰਹੀਏ। ਕਹਿੰਦੇ ਕੈਸੇ ਭੋਜਨ ਨਾਲ ਤ੍ਰਿਪਤੀ ਹੋਵੇ, ਭੁੱਖ ਮਿਟ ਜਾਏ, ਤਿੰਨੋਂ ਗੁਣਾਂ ਦੀ ਪਿਆਸ ਖਤਮ ਹੋ ਜਾਏ। ਤ੍ਰਿਪਤੀ ਦਾ ਅਰਥ ਤਿੰਨੋਂ ਗੁਣ, ਹਨਾ, ਉਹਨਾਂ ਦੀ ਪਿਆਸ ਮਿਟ ਜਾਏ। ਕਹਿੰਦੇ ਜੀਵਨ ਦੇ ਵਿੱਚ ਫੇਰ ਮਹਾਰਾਜ ਦਾ ਹੁਣ ਨਾਨਕ ਸੱਚੇ ਪਾਤਸ਼ਾਹ ਉੱਤਰ ਦੇ ਰਹੇ ਨੇ ਪੰਕਤੀ ਤੋਂ ਬਾਅਦ। ਕਹਿੰਦੇ ਭਾਈ ਨਾਨਕ ਦੁੱਖ ਸੁੱਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾ ਗ੍ਰਾਸੈ। ਕਹਿੰਦੇ ਨਾਨਕ ਪਾਤਸ਼ਾਹ ਫਰਮਾਨ ਕਰਦੇ ਨੇ ਦੁੱਖ ਤੇ ਸੁੱਖ ਸਮ ਕਰ ਜਾਪੈ। ਕਹਿੰਦੇ ਜਿਹੜੇ ਜੀਵਨ ਦੇ ਵਿੱਚ ਦੁੱਖ ਦੇ ਵਿੱਚ ਵੀ ਘਟ ਬੈਠੇ ਰੱਬ ਨੂੰ ਨਹੀਂ ਭੁੱਲਦੇ, ਸੁੱਖ ਦੇ ਵਿੱਚ ਵੀ ਰੱਬ ਦੀ ਆਗਿਆ ਜਾਂਦੀ। ਕਹਿੰਦੇ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ। ਅਕਸਰ ਕੀ ਹੁੰਦਾ ਕਿ ਸਾਡਾ ਮਨ ਸੁੱਖ ਦੀ ਇੱਛਾ ਰੱਖਦਾ ਹੈ, ਗਿਆਨ ਨਾ ਹੋਣ ਕਾਰਨ, ਤੇ ਫਿਰ ਜਿਸ ਵੇਲੇ ਦੁੱਖ ਵਿਆਪਦਾ ਤੇ ਬੰਦਾ ਬਰਲਾਪ ਕਰਦਾ ਹੈ। ਇਸ ਬੰਦੇ ਨੂੰ ਇਹ ਗਿਆਨ ਨਹੀਂ ਹੈ ਕਿ ਸੁੱਖ ਹੈ ਕੋ ਦੁੱਖ ਅਗਲਾ,
ਮਨਮੁਖ ਬੂਝ ਨਾ ਹੋਵੇ। ਕਹਿੰਦੇ ਜਿਹੜਾ ਮਨ ਵੱਲ ਮੁੱਖ ਰੱਖ ਕੇ ਚੱਲਦਾ ਉਹਨੂੰ ਸਮਝ ਨਹੀਂ ਆਈ ਕਿ ਸੁੱਖ ਦੇ ਅੱਗੇ ਦੁੱਖ ਵੀ ਖੜਾ ਹੈ, ਯਾਦ ਰੱਖਣਾ। ਸੋ ਆਪਾਂ ਇੱਕ ਇਸ ਸੁੱਖ ਤੇ ਦੁੱਖ ਦੀ ਗੱਲ ਨੂੰ ਸਮਝੋ ਪਹਿਲਾਂ। ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣ। ਇਹ ਬਹੁਤ ਔਖਾ ਖੇਲ ਹੈ, ਇਹ ਗੁਰਮੁਖ ਹੀ ਜਾਣਦੇ ਨੇ। ਗੁਰਮੁਖ ਦਾ ਅਰਥ ਹੈ ਜਿਹੜਾ ਗੁਰੂ ਨੂੰ, ਰੱਬ ਦੀ ਬਾਣੀ ਨੂੰ ਸਮਝਦੇ ਨੇ ਕਿ ਇਹ ਮੇਰਾ ਗੁਰੂ ਹੈ, ਤੇ ਇਹ ਜਿਹੜੇ ਸ਼ਬਦ ਰਾਹੀਂ ਆਏ ਤੇ ਇਸ ਸ਼ਬਦ ਰਾਹੀਂ ਆਪਣੇ ਸ਼ਬਦ ਨੂੰ ਘੜ ਕੇ ਕੱਟ ਬੈਠੇ ਰੱਬ ਦੀ ਬਾਣੀ ਆਪਣੇ ਅੰਦਰੋਂ ਫੇਰ ਬੋਲਦਾ ਹੋਇਆ, ਬੁਲਾਉਂਦਾ ਹੋਇਆ ਉਹਨੂੰ ਦੇਖਦੇ ਨੇ, ਉਹਨੂੰ ਗੁਰਮੁਖ ਕਹਿੰਦੇ ਨੇ। ਇਹਨਾਂ ਗੁਰਮੁਖਾਂ ਨੇ ਹੀ ਇਹ ਜਾਣਿਆ ਸੁੱਖ ਤੇ ਦੁੱਖ ਸਾਮਰ ਹੁੰਦਾ। ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਜੀਵਨ ਵਿੱਚ ਜਿਤਨਾ ਮਰਜ਼ੀ ਤੁਸੀਂ ਕਹਿੰਦੇ ਸੁੱਖ ਕਰ, ਕਹਿੰਦੇ ਯਤਨ ਬਹੁਤ ਸੁੱਖ ਕੇ ਦੁੱਖ ਕੋ ਕਿਉ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਸੋ ਜੀਵਨ ਵਿੱਚ ਕਹਿੰਦੇ ਸੁੱਖ ਕੋ ਮਾंगे ਸਭ को, ਦੁੱਖ ਨਾ मांगे कोई। ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸੁਖ ਦੁੱਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਵੇ। ਕਹਿੰਦੇ ਭਾਈ ਜੀਵਨ ਵਿੱਚ ਇਸ ਨੂੰ ਆਪਣੇ ਸ਼ਬਦ ਵਿੱਚ ਭੇਦ ਲਓ, ਸ਼ਬਦ ਵਿੱਚ ਟਿਕਾ ਲਓ ਕਿ ਭਾਈ ਸੁੱਖ ਤੇ ਦੁੱਖ ਸਾਹਮਣੇ। ਮੈਂ ਜੇ ਜੀਵਨ ਵਿੱਚ ਗਲਤ ਕੰਮ ਕਰਾਂਗਾ ਤੇ ਮਹਾਰਾਜ ਨੇ ਸਾਨੂੰ ਦੁੱਖ ਦੇਣਾ ਹੈ, ਜੇ ਆਪਾਂ ਅੱਛੇ ਕੰਮ ਕਰਾਂਗੇ ਤੇ ਸੁੱਖ ਦੇਣਾ ਹੈ। ਇਹਨਾਂ ਵਿੱਚ ਸੁੱਖ ਦੇ ਵਿੱਚ ਹਰਖਣਾ ਨਹੀਂ ਤੇ ਦੁੱਖ ਦੇ ਵਿੱਚ ਕਹਿੰਦੇ ਭਾਈ ਵਿਰਾਗ ਨਹੀਂ ਕਰਨਾ। ਧਿਆਨ ਰੱਖਣਾ, ਸਿੱਧਾ ਚੱਲਣ ਦੀ ਕੋਸ਼ਿਸ਼ ਕਰਨਾ। ਜਿਵੇਂ ਕੋਈ ਬੱਚਾ ਹੋਵੇ, ਪੜ੍ਹਿਆ ਤਾਂ ਹੋਵੇ ਨਾ ਹੋ, ਪਰ ਇਮਤਿਹਾਨ ਲਿਖਦਾ ਹੈ ਤੇ ਉਹ ਬੰਦਾ ਫੇਲ ਹੋ ਜਾਏ ਤੇ ਹੁਣ ਆ ਕੇ ਰੋਵੇ ਕਿ ਜੀ ਮੈਂ ਫੇਲ ਹੋ ਗਿਆ। ਕਹਿੰਦੇ ਰੋਣ ਨਾਲ ਕੁਝ ਨਹੀਂ ਹੋਣਾ, ਉਹ ਚੱਲਿਆ ਹੀ ਹੋਣਾ ਹੈ। ਯਾਨੀ ਬੱਚੇ ਨੂੰ ਕਹਿਣਾ ਪੈਂਦਾ ਫਿਰ ਮਾਤਾ ਪਿਤਾ ਨੂੰ ਕਿ ਬੇਟਾ ਰੋਣ ਨਾਲ ਨਹੀਂ ਪਾਸ ਹੋਣਾ, ਤੂੰ ਧਿਆਨ ਰੱਖ, ਹੁਣ ਇਹ ਪਖੰਡ ਨਾ ਕਰ, ਤੂੰ ਮਿਹਨਤ ਕਰ, ਮਿਹਨਤ ਕਰੇਗਾ ਤਾਂ ਹੀ ਤੂੰ ਪਾਸ ਹੋਵੇਗਾ। ਧਿਆਨ ਰੱਖਣਾ, ਜੀਵਨ 'ਚ ਜੇ ਤੁਸੀਂ ਸੁੱਖ ਪਾਉਣਾ ਹੈ ਮਿਹਨਤ ਕਰਨੀ ਪੈਣੀ ਹੈ, ਸਭ ਨੂੰ ਕਰਨੀ ਪੈਣੀ, ਤੇ ਕਰਦਿਆਂ ਹੋਇਆ ਇਹ ਜਾਣਨਾ ਹੈ ਕਿ ਮਾਲਕ ਇਹ ਤੂੰ ਕਰਾ ਰਿਹਾ, ਤੇਰਾ ਕੀਤਾ ਹੋ ਰਿਹਾ। ਫਿਰ ਉਹਦੀ ਟੈਨਸ਼ਨ ਨਹੀਂ ਰਹਿੰਦੀ, ਉਹਦਾ ਫਿਰ ਜੀਵਨ ਦੇ ਵਿੱਚ ਕਹਿੰਦੇ ਜੀਵਨ ਕਹਿੰਦੇ ਕੱਟਦਾ ਨਹੀਂ, ਜੀਵਨ ਦੁੱਖ ਨਹੀਂ ਹੁੰਦਾ। ਕਹਿੰਦੇ ਕਿ ਇਹ ਜੀਵਨ ਫਿਰ ਇਹਨੂੰ ਯਾਨੀ ਚੁੱਭਦਾ ਨਹੀਂ। ਧਿਆਨ, ਜੀਵਨ ਫਿਰ ਮਹਾਰਾਜ ਕਹਿੰਦੇ ਭਾਈ ਇਹ ਆਤਮ ਹੱਤਿਆ ਵੱਲ ਨਹੀਂ ਜਾਂਦਾ, ਐਸੀ ਅਵਸਥਾ ਫਿਰ ਉਹਨੂੰ ਕਾਲ ਨਹੀਂ ਖਾਂਦਾ, ਹਮੇਸ਼ਾ ਜਿਉਂਦਾ। ਕਹਿੰਦੇ ਦੁੱਖਾਂ ਤੇ ਸੁੱਖ ਉਪਜੈ, ਤੁਸੀਂ ਤਕਲੀਫ ਉਠਾਓਗੇ ਤਾਂ ਹੀ ਸੁੱਖ ਮਿਲੇਗਾ ਨਾ ਜੀ, ਤੁਸੀਂ ਮਿਹਨਤ ਕਰਦੇ ਹੋ ਤਾਂ ਹੀ ਤੁਹਾਨੂੰ ਸੁੱਖ ਮਿਲਦਾ ਹੈ ਨਾ ਆਪਾਂ ਨੂੰ। ਸੋ ਮਹਾਰਾਜ ਕਹਿੰਦੇ ਜੇ ਤੁਹਾਨੂੰ ਤਕਲੀਫ ਹੋ ਰਹੀ ਹੈ ਉਹਦਾ ਅਰਥ ਹੈ ਕਿ ਅੱਗੇ ਤੁਹਾਨੂੰ ਸੁੱਖ ਮਿਲੇਗਾ। ਸੋ ਜੀਵਨ ਵਿੱਚ ਇਹ ਗੱਲ ਯਾਦ ਰੱਖੋ, ਕਹਿੰਦੇ ਦੁੱਖਾਂ ਤੇ ਸੁੱਖ ਉਪਜੈ, ਸੁਖੀ ਹੋਵੇ ਦੁੱਖ। ਜਿਸ ਵੇਲੇ ਸੁੱਖ ਬਹੁਤ ਮਿਲ ਜੂਗਾ ਫਿਰ ਆਪਾਂ ਦੁੱਖ ਵਿੱਚ ਪ੍ਰਵੇਸ਼ ਕਰ ਜਾਏ। ਜੇ ਸਾਨੂੰ ਸੰਭਾਲਣਾ ਨਾ ਆਇਆ, ਕਹਿੰਦੇ ਰੱਬ ਦਾ ਨਾਮ ਆਪਣੇ ਆਪ ਨੂੰ ਜਨਾਉਣ ਲੱਗ ਗਏ, ਪੈਸਾ ਜਿਸ ਵੇਲੇ ਬਹੁਤ ਹੁੰਦਾ ਫਿਰ ਰੱਬ ਦੇ ਘਰੇ ਨਹੀਂ ਜਾਂਦੀ ਸੁਰਤ। ਜਦੋਂ ਪੈਸਾ ਬਹੁਤ ਹੋ ਜਾਂਦਾ, ਸੁੱਖ ਬਹੁਤ ਹੁੰਦਾ ਹੈ, ਫਿਰ ਪਾਠ ਕਰਨ ਨੂੰ ਜੀ ਨਹੀਂ ਕਰਦਾ। ਧਿਆਨ ਰੱਖਣਾ, ਫਿਰ ਬੰਦਾ ਹਰ ਕੰਮ ਗਲਤ ਕੰਮ ਕਰਦਾ, ਫਿਰ ਦੁੱਖ ਭੋਗੇਗਾ। ਫਿਰ ਧਿਆਨ ਰੱਖ, ਇਹ ਸਾਈਕਲ ਹੈ। ਸੋ ਇਸ ਸਾਈਕਲ ਨੂੰ ਸਮਝਣਾ, ਇਹ ਰੱਬ ਨਾਲ ਜੁੜਿਆ ਹੀ ਠੀਕ ਹੋਣਾ, ਰੱਬ ਤੋਂ ਟੁੱਟਿਆ ਨਹੀਂ। ਜਦੋਂ ਅਕਸਰ ਕੀ ਹੁੰਦਾ ਹੈ, ਜਦੋਂ ਸੁੱਖ ਮਿਲਦਾ ਤੇ ਅਸੀਂ ਤਾਂ ਰੱਬ ਜੀਵਨ ਦੇ ਵਿੱਚ ਉਸ ਵੇਲੇ ਕਰਨਾ ਭੁੱਲ ਜਾਂਦੇ ਹਾਂ। ਫਿਰ ਜਦੋਂ ਦੁੱਖ ਆਉਂਦਾ ਕਿ ਅਸੀਂ ਫਿਰ ਸ਼ਿਕਾਇਤ ਕਰਦੇ ਹਾਂ ਰੱਬ ਨੂੰ ਕਿ ਮਹਾਰਾਜ ਤੇਰਾ ਤਾਂ ਪਾਠ ਕੀਤਾ ਸੀ, ਫਿਰ ਦੁੱਖ ਦੇਤਾ, ਫਿਰ ਸਾਨੂੰ ਤਕਲੀਫ ਦੇ ਰਿਹਾ ਤੂੰ, ਹਨਾ। ਅਸੀਂ ਤਾਂ ਤੇਰਾ ਰੋਜ਼ ਪਾਠ ਕਰਦੇ ਹਾਂ, ਰੋਜ਼ ਭਜਨ ਕਰਦੇ ਹਾਂ, ਤੈਨੂੰ ਰੋਜ਼ ਯਾਦ ਰੱਖਦੇ ਹਾਂ, ਪਰ ਕਹਿੰਦੇ ਸਾਨੂੰ ਗੁਰ ਨਹੀਂ ਹੈ, ਗਿਆਨ ਨਹੀਂ ਹੈ। ਕਹਿੰਦੇ ਜਿਤ ਮੁਖ ਤੂੰ ਸਾ ਲਾਹੀਏ, ਤਿਤ ਮੁਖ ਕੈਸੀ ਭੂਖ। ਜੀਵਨ ਵਿੱਚ ਘੱਟ ਬੈਠੇ ਰੱਬ ਨੂੰ ਸਲਾਹੋ 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 ਸਲਾਹੋ, ਹਰ ਸ਼ਬਦ ਨਾਲ ਸਲਾਹੋ। ਐਸਾ ਰੱਬ ਦਾ ਨਾਮ ਜਪਣਾ ਸਿੱਖੋ ਜੀ। ਅਸੀਂ ਹਰ ਸ਼ਬਦ ਨਾਲ ਰੱਬ ਦਾ ਨਾਮ ਲੈਣਾ, ਘੱਟ ਬੈਠੇ ਰੱਬ ਦਾ। ਸੋ ਐਸਾ ਹੀ ਰੱਬ ਸਭ ਦੇ ਵਿੱਚ ਵਸਦਾ ਹੈ। ਉਸ ਘੱਟ ਬੈਠੇ ਰੱਬ ਨੂੰ ਜਿਹੜਾ ਹਰੇਕ ਵਿੱਚ ਵਸਦਾ ਹੈ, ਉਹਦਾ ਵੀ ਅਸੀਂ ਘੱਟ ਬੈਠੇ ਰੱਬ ਦਾ ਹੀ ਜ਼ਿਕਰ ਕਰਕੇ ਨਾਮ ਲੈਣਾ। ਅਸੀਂ ਫਿਰ ਦੂਜਾ ਭਾਵ ਨਹੀਂ ਖੜਾ ਕਰ ਦੇਣਾ, ਤੇ ਸ਼ਰੀਕ ਨਹੀਂ ਖੜਾ ਕਰ ਦੇਣਾ ਕਿ ਇਹ ਤਾਂ ਇਹ ਰੱਬ ਵਰਗਾ ਹੈ, ਹਨਾ। ਇਹ ਰੱਬ ਵਰਗਾ ਤਾਂ ਹੈ ਜੇ ਮਿਟਿਆ ਹੈ। ਇਹਨੂੰ ਫਿਰ ਜਨਾਉਣ ਦੀ ਲੋੜ ਨਹੀਂ, ਰੱਬ ਨੂੰ ਜਨਾਉਣ ਦੀ ਲੋੜ ਹੈ। ਧਿਆਨ ਰੱਖਣਾ।
ਸੋ ਦੁੱਖਨ ਗਾਵੋ ਸੁਖ ਵੀ ਗਾਵੋ, ਮਾਰਗ ਪੰਥ ਸਮਾਰੇ। ਜੇ ਆਪਣੇ ਪੰਥ ਨੂੰ ਸਮਾਰਨਾ ਹੈ, ਦੁੱਖ ਤੇ ਸੁੱਖ ਵਿੱਚ ਰੱਬ ਨੂੰ ਗਾਓ। ਧਿਆਨ, ਜੇ ਸੁਖ ਦੇਹਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਖਿਆਲ ਰੱਖਣਾ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਸੋ ਐਸੀ ਅਵਸਥਾ ਕਹਿੰਦੇ ਸਿੱਖਾਂ ਨੇ ਕਹਿੰਦੇ ਗੁਰੂ ਮਹਾਰਾਜ ਜੀ ਦੇ ਬਾਣੀ ਤੋਂ ਪ੍ਰਾਪਤ ਕੀਤੀ ਹੈ। ਕਹਿੰਦੇ ਸੁਖ ਮੈਂ ਨਹੀਂ ਤਾਂ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਤਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕਹੂ ਨਾ ਆਵਤ ਨੇ। ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ, ਫਿਰ ਬਿਪਤਾ ਵਿੱਚ ਹੀ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਨੇ। ਬਿਪਤ ਹੀ ਇੱਕ ਐਸੀ ਘੜੀ ਹੁੰਦੀ ਹੈ ਜਿਹਦੇ ਵਿੱਚ ਆਪਣੇ ਮਿੱਤਰ ਦਾ ਪਤਾ ਲੱਗਦਾ ਹੈ। ਧਿਆਨ ਰੱਖਣਾ। ਸੋ ਆਪਾਂ ਇੱਥੇ ਇਸ ਗੱਲ ਨੂੰ ਵਿਚਾਰਿਓ, ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਗ੍ਰਾਸੈ। ਕਹਿੰਦੇ ਸੱਤ ਕਰਕੇ ਜਿਹੜਾ ਇਸ ਗੁਰ ਨੂੰ ਮੰਨੇਗਾ, ਫਿਰ ਉਹਦੇ ਤੇ ਕਾਲ ਹੈ ਨਾ, ਸਮੇਂ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਪਾਏਗਾ, ਸਮੇਂ ਆਪਣੇ ਜੀਵਨ ਤੇ ਅਸਰ ਨਹੀਂ ਪਾਏਗਾ। ਕਹਿੰਦੇ ਆਏ ਚੱਲਦਿਆਂ ਚੱਲਦਿਆਂ ਚੱਲਦਿਆਂ, ਇਹ ਕੋਈ ਸੌਖੀ ਗੱਲ ਨਹੀਂ ਹੈ, ਇਹਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ। ਫਿਰ ਆਪਾਂ ਚੱਲਦੇ ਰਹੋ, ਚੱਲਦਿਆਂ ਚੱਲਦਿਆਂ ਫਿਰ ਆਪਾਂ ਘੱਟ ਬੈਠੇ ਰੱਬ ਦੇ ਵਿੱਚ ਮਿਲਾਂਗੇ ਹੀ ਮਿਲਾਂਗੇ, ਉਹ ਤੋਂ ਦੂਰ ਨਹੀਂ ਹੋਗਾ। ਸੋ ਅੱਜ ਇਤਨੇ ਸ਼ਬਦ ਪ੍ਰਵਾਨ ਕਰਨੇ ਜੀ। ਬਾਣੀ ਜੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸੰਗਤ ਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਸੋ ਇੱਥੇ ਹੀ ਆਪਾਂ ਸ਼ਬਦ ਦੀ ਵਿਚਾਰ ਸਮਾਪਤ ਕਰਾਂਗੇ। ਗੁਰੂ ਮਹਾਰਾਜ ਜੀ